ਮੇਰੇ ਮਮਾ ਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ ਕਿ ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪੂਰਾ ਨਹੀਂ ਕੀਤਾ ਉਹ ਉਸ ਕਾਬਲ ਬੱਚਿਆਂ ਨੂੰ ਬਣਾਉਣਾ ਕਿ ਉਹ ਪੂਰਾ ਕਰ ਸਕਣ। ਅਸਲ 'ਚ ਜ਼ਿਆਦਾ ਬੱਚੇ ਜਿਹੜੇ ਉਹ 10ਵੀਂ 12ਵੀਂ ਦੇ ਵਿੱਚ ਹੀ ਜਿਹੜੇ ਆ ਉਹ ਉਹਨਾਂ ਨੂੰ ਰਾਈਟ ਕਰੀਅਰ ਨਹੀਂ ਚੂਜ਼ ਕਰ ਪਾਉਂਦੇ। ਬਿਲਕੁਲ ਮਿਸਟੇਕਸ ਵੀ ਉਦੋਂ ਹੀ ਹੁੰਦੀਆਂ, ਉਦੋਂ ਅਸੀਂ ਬੜੇ ਹਾਈਪਰ ਐਕਟਿਵ ਸਟੇਜ ਵਿੱਚ ਜਾ ਰਹੇ ਹੁੰਦੇ ਹਾਂ। ਭਾਵੇਂ ਮੇਰੇ ਪੇਰੈਂਟਸ ਨੂੰ ਫੀਸ ਦਿੰਦੇ 2-4-6 ਮਹੀਨੇ ਹੋਰ ਲੱਗ ਜਾਂਦੇ ਸੀ, ਪਰ ਇਹ ਕਿ ਮੈਂ ਇਹ ਨਹੀਂ ਕਦੀ ਕੀਤਾ ਕਿ ਮੈਂ ਟੌਪਰ ਨਾ ਬਣਾ। ਮੈਂ ਪੂਰੀ ਜਾਨ ਲਾਈ, ਭਾਵੇਂ ਮੇਰੀ ਫੀਸ ਨਾ ਵੀ ਗਈ ਹੋਵੇ ਯੂਨੀਵਰਸਿਟੀ, ਫਿਰ ਵੀ ਮੈਂ ਯੂਨੀਵਰਸਿਟੀ ਨੂੰ ਕੰਪੈਲ ਕਰਤਾ ਕਿ ਮੈਂ ਇੱਕ ਟੌਪਰ ਹਾਂ ਤੇ ਤੁਹਾਨੂੰ ਫੀਸ ਲੈਣ ਲਈ ਵੇਟ ਕਰਨੀ ਪਏਗੀ। 5 ਸਾਲ ਦੇ ਵਿੱਚ ਮੈਂ ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ। ਵਾਓ। ਸੋ ਮੈਂ ਵਿਆਹ ਮਿਸ ਕਰਤੇ, ਮੈਂ ਕਈ ਕੁਝ ਮਿਸ ਕਰਤਾ, ਡਾਂਟ ਖਾ ਲਈ, ਬਟ ਮੈਂ ਯੂਨੀਵਰਸਿਟੀ ਤੋਂ ਕਦੀ ਛੁੱਟੀ ਨਹੀਂ ਕੀਤੀ, ਕਦੀ ਲੈਕਚਰ ਨਹੀਂ ਮਿਸ ਕੀਤਾ। ਅੱਜ ਦੀ ਡੇਟ ਵਿੱਚ ਆਪਾਂ ਦੇਖਦੇ ਹਾਂ ਕਿ ਮੋਹਾਲੀ ਚੰਡੀਗੜ੍ਹ ਜਿਹੜੇ ਹੈਗੇ ਨਾ ਟਰਾਈ ਸਿਟੀ ਵੱਲੋਂ ਲੋਕ ਭੱਜਦੇ ਨੇ ਜਾਂ ਦਿੱਲੀ NCR ਵੱਲ ਨੂੰ ਜਾਂਦੇ ਨੇ ਸਾਡੇ ਸਪੈਸ਼ਲੀ ਯੰਗਸਟਰਸ, ਤੇ ਉਹਨਾਂ ਲਈ ਤੁਸੀਂ ਕੀ ਸੋਚਦੇ ਹੋ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਉਹਨਾਂ ਲਈ ਮੈਂ ਇਹੀ ਸੋਚ ਰਹੀ ਕਿ ਉਹਨਾਂ ਨੂੰ ਵਾਪਸ ਬੁਲਾਵਾਂਗੇ। ਅੱਛਾ। ਸੋ ਸਾਡੇ ਜਿੱਦਾਂ CM ਸਾਹਿਬ ਭਗਵੰਤ ਮਾਨ ਜੀ ਕਹਿੰਦੇ ਕਿ ਅਮਰੀਕਾ ਕੈਨੇਡਾ ਤੋਂ ਵਾਪਸ ਬੁਲਾਵਾਂਗੇ, ਸੋ ਮੈਂ ਇਸ ਚੀਜ਼ ਤੇ ਕੰਮ ਕਰ ਰਹੀ ਕਿ ਪਹਿਲਾਂ ਦੇ ਜਿਹੜੇ ਸਾਡੇ ਹੀ ਪੰਜਾਬੀ ਜੀ ਦਿੱਲੀ, ਗੁੜਗਾਉਂ, ਬੈਂਗਲੌਰ, ਹੈਦਰਾਬਾਦ ਵਿੱਚ ਬੈਠ ਕੇ ਕੋਡਿੰਗ ਕਰ ਰਹੇ ਨੇ, ਪਹਿਲਾਂ ਤੇ ਉਹਨਾਂ ਨੂੰ ਵਾਪਸ ਬੁਲਾਵਾਂਗੇ। ਮਨੀਸ਼ ਸਿਸੋਦੀਆ ਜੀ ਨੇ ਸਟੇਜਿਸ ਤੇ ਵੀ ਬੋਲਿਆ, ਦਿੱਲੀ ਦੀਆਂ ਇੰਨੀਆਂ ਵੱਡੀਆਂ ਵੱਡੀਆਂ ਸਟੇਜਿਸ ਤੇ ਬੋਲਿਆ, NDTV ਦੇ ਵਿੱਚ ਸਾਡੇ ਬਾਰੇ ਬੋਲਿਆ। ਉਹਨਾਂ ਨੇ ਸਾਨੂੰ ਇੱਕ ਵਾਰ ਪੂਰੀ ਇੱਕ ਹਾਈਪ ਦੇਤੀ ਕਿ ਇਹ ਬੱਚੇ ਜਿਹੜੇ ਆ, ਮੈਂ ਤੇ ਮੇਰਾ ਬ੍ਰਦਰ ਬਹੁਤ ਅੱਛਾ ਕੰਮ ਜਿਹੜਾ ਉਹ ਕਰ ਰਹੇ ਆ, ਐਂਡ ਦਿਸ ਇਜ਼ ਅ ਸੋਲਿਊਸ਼ਨ for generating white collar jobs in the villages of Punjab ਜਾਂ all over India। ਮੈਂ ਪੰਜਾਬ ਦੇ ਵਿੱਚ ਮਨਦੀਪ ਵਰਗੀਆਂ ਜਾਂ ਮਨਦੀਪ ਤੋਂ ਬਿਹਤਰ ਹੋਰ ਬਹੁਤ ਮਨਦੀਪ ਦੇਖਣਾ ਚਾਹੁੰਦੀ। ਇਹੀ ਮੇਰਾ ਜਿਹੜਾ ਉਹ ਵਿਜ਼ਨ ਆ ਕਿ ਜਿਹੜਾ ਬੱਚਾ ਮੇਰੇ ਕੋਲ ਸਿੱਖਣ ਲਈ ਆ ਜਾਏ। ਠੀਕ ਆ, ਮੈਂ ਇੱਥੇ ਸਿੰਬਾ ਕੋਰਸ ਸ਼ੁਰੂ ਕੀਤਾ ਜਿਹਦੇ ਵਿੱਚ ਬੱਚੇ ਅਲੱਗ-ਅਲੱਗ ਕੋਰਸਿਸ ਸਿੱਖ ਸਕਦੇ ਨੇ, ਆਨਲਾਈਨ ਵੀ ਤੇ ਆਫਲਾਈਨ ਵੀ, ਰਾਈਟ। ਸੋ ਜਿਹੜਾ ਮੇਰੇ ਕੋਲ ਸਿੱਖਣ ਲਈ ਆ ਜਾਏ ਉਸ ਨੂੰ, ਜਾਂ ਜਿਹੜਾ ਮੇਰੇ ਕੋਲ 5-6 ਹਜ਼ਾਰ ਦੇ ਸਟਾਈਪੈਂਡ ਤੇ ਆ ਜਾਏ, ਉਸ ਨੂੰ ਮੈਂ 3-4-5 ਸਾਲਾਂ ਦੇ ਵਿੱਚ 50-60-70 ਹਜ਼ਾਰ ਜਾਂ ਜੇ ਉਹ 'ਚ ਜ਼ਿਆਦਾ ਕਾਬਲੀਅਤ ਹੈ ਕਿ 1 ਲੱਖ ਕਮਾਉਣ ਵਾਲਾ ਐਸਾ ਬੱਚਾ ਬਣਾਦਾ ਮੈਂ ਜਿਹੜਾ ਘਰੋਂ ਵਾਕਿੰਗ ਡਿਸਟੈਂਸ ਤੇ ਆ ਰਿਹਾ ਹੈ, ਕੰਪਿਊਟਰ ਤੇ ਜੌਬ ਕਰ ਰਿਹਾ ਹੈ ਤੇ ਉਹ ਅੱਛਾ ਕਮਾ ਰਿਹਾ। ਉਹ ਕਦੀ ਵੀ ਨਾ ਸੋਚੇ ਕਿ ਮੈਨੂੰ ਆਪਣੇ ਪੇਰੈਂਟਸ ਤੋਂ ਵੱਖ ਹੋ ਕੇ ਕਿਤੇ ਮਜਬੂਰਨ ਜਾ ਕੇ ਜਿਹੜਾ ਕਮਾਣਾ ਪਏਗਾ। ਦੋਸਤੋ, ਆਪਣੇ ਦੇਸ਼ ਵਿੱਚ ਅਸੀਂ ਕੁਝ ਕਰ ਦਿਖਾਉਣਾ ਹੋਵੇ ਜਾਂ ਕੋਈ ਆਪਣੇ ਹੀ ਦੇਸ਼ ਵਿੱਚ ਰਹਿ ਕੇ ਬੁਲੰਦੀ ਛੂਹਣੀ ਹੋਵੇ ਤਾਂ ਕੋਈ ਐਡੀ ਗੱਲ ਔਖੀ ਤਾਂ ਨਹੀਂ ਲੱਗਦੀ, ਬਸ਼ਰਤੇ ਦ੍ਰਿੜ ਨਿਸ਼ਚਾ ਹੋਵੇ, ਵਿਲ ਪਾਵਰ ਸਟਰੋਂਗ ਹੋਵੇ, ਤੁਸੀਂ ਡਿਟਰਮਿੰਡ ਹੋ ਤਾਂ ਡੈਫੀਨੇਟਲੀ ਤੁਸੀਂ ਆਪਣੇ ਹੀ ਦੇਸ਼ ਵਿੱਚ ਰਹਿ ਕੇ, ਆਪਣੇ ਹੀ ਪੰਜਾਬ ਵਿੱਚ ਰਹਿ ਕੇ ਬੁਲੰਦੀਆਂ ਨੂੰ ਛੂਹ ਸਕਦੇ ਹੋ। ਤੇ ਮੈਂ ਕੁਝ ਐਸੀ ਹੀ ਪਰਸਨੈਲਿਟੀ ਦੀ ਗੱਲ ਕਰਨ ਲੱਗੀ ਹਾਂ, ਤੁਸੀਂ ਹੈਰਾਨ ਹੋਵੋਗੇ ਕਿ ਉਹਨੇ ਪੰਜਾਬ ਵਿੱਚ ਰਹਿ ਕੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੰਨੀਆਂ ਧੁਰ ਸਿਖਰ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ ਹੈ। ਮੈਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਂਗੀ, ਤੁਸੀਂ ਖੁਦ ਹੀ ਜਾਣ ਜਾਓਗੇ ਮੈਂ ਕਿਹਨਾਂ ਦੀ ਗੱਲ ਕਰਦੀ ਹਾਂ। ਆਓ ਜੀ, ਸਵਾਗਤ ਕਰਦੇ ਹਾਂ ਮਨਦੀਪ ਕੌਰ ਟਾਂਗਰਾ ਜੀ ਦਾ। ਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ। ਪੰਜਾਬੀ ਨੈਸ਼ਨਲ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ, ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਇਸ ਟਾਈਮ 'ਤੇ ਤਾਂ ਤੁਹਾਨੂੰ ਸਭ ਜਾਣਦੇ ਨੇ ਕਿ ਤੁਸੀਂ ਇੱਕ ਸਿਖਰ 'ਤੇ ਪਹੁੰਚ ਚੁੱਕੇ ਹੋ, ਇੱਕ ਚੋਟੀ ਨੂੰ ਹੱਥ ਪਾ ਲਿਆ ਏ, ਪਰ ਮੈਂ ਜਾਣਨਾ ਚਾਹੂੰਗੀ, ਸਾਡੇ ਦਰਸ਼ਕ ਜਿਹੜੇ ਨੇ ਇੱਛੁਕ ਹੋਣਗੇ ਜਾਣਨ ਦੇ, ਕਿ ਤੁਸੀਂ ਚਾਈਲਡਹੁੱਡ ਵਿੱਚ, ਬਚਪਨ ਵਿੱਚ ਕਿਸ ਤਰ੍ਹਾਂ ਦੇ ਸੀ, ਕੀ ਸੁਭਾਅ ਸੀ, ਕਿਸ ਤਰ੍ਹਾਂ ਦੀਆਂ ਆਦਤਾਂ ਹੁੰਦੀਆਂ ਸੀ? ਬਚਪਨ ਦੇ ਵਿੱਚ ਪੇਰੈਂਟਸ ਜਿਹੜੇ ਉਹ ਬਹੁਤ ਹੀ ਪਿਆਰ ਕਰਨ ਵਾਲੇ ਮੈਨੂੰ ਮਿਲੇ ਜੀ, ਤੇ ਹੁਣ ਵੀ ਪੇਰੈਂਟਸ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਮੇਰੇ ਮਮਾ ਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ ਕਿ ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪੂਰਾ ਨਹੀਂ ਕੀਤਾ ਉਹ ਉਸ ਕਾਬਲ ਬੱਚਿਆਂ ਨੂੰ ਬਣਾਉਣਾ ਕਿ ਉਹ ਪੂਰਾ ਕਰ ਸਕਣ ਜੀ। ਤੇ ਮੈਨੂੰ ਯਾਦ ਹੈ ਕਿ ਮੇਰੇ ਮਮਾ ਨੂੰ ਬੜਾ ਸ਼ੌਂਕ ਸੀ ਕਿ ਇੱਕ ਦਿਨ ਦੇ ਵਿੱਚ ਹੀ 2 ਵਾਰ ਮੇਰੇ ਕੱਪੜੇ ਜਾਂ 3 ਵਾਰ ਮੇਰੇ ਕੱਪੜੇ ਚੇਂਜ ਕਰਨੇ, ਅੱਛੇ ਪੈਨ, ਪੈਨਸਿਲ, ਕਾਪੀਜ਼, ਹਰ ਚੀਜ਼ ਵਧੀਆ ਦੇਣੀ। ਸੋ ਪੜ੍ਹਾਈ ਲਈ ਮੈਨੂੰ ਜਿਹੜਾ ਮਾਹੌਲ ਚਾਹੀਦਾ ਸੀ ਉਹ ਪੇਰੈਂਟਸ ਨੇ ਬਹੁਤ ਅੱਛਾ ਦਿੱਤਾ। ਤੇ
ਬਹੁਤ ਜ਼ਿਆਦਾ ਮੈਂ ਫਨ ਲਵਿੰਗ ਟਾਈਪ ਨਹੀਂ ਆ, ਸੋ ਪੇਰੈਂਟਸ ਮੈਨੂੰ ਇੱਕ ਸੀਰੀਅਸ ਡਾਟਰ ਬਣਾਉਣ 'ਚ ਕਾਮਯਾਬ ਹੋਏ। ਅੱਛਾ ਜੀ। ਤੇ ਮੈਨੂੰ ਇਹ ਦੱਸੋ ਕਿ ਉਸ ਵਕਤ ਪਰਿਵਾਰ ਦੀ ਜਿਹੜੀ ਸਥਿਤੀ ਸੀ ਆਰਥਿਕ ਪੱਖੋਂ, ਫਾਈਨੈਂਸ਼ੀਅਲ ਐਸਪੈਕਟ ਮੈਂ ਜਾਨਣਾ ਚਾਹੁੰਦੀ ਹਾਂ, ਉਹ ਕਿਸ ਤਰ੍ਹਾਂ ਦੀ ਸੀਗੀ? ਮੇਰੇ ਪਾਪਾ ਦੀ ਛੋਟੀ ਜੀ ਆਟਾ ਚੱਕੀ ਪਿੰਡ ਦੇ ਵਿੱਚ, ਤੇ ਮੈਨੂੰ ਬਹੁਤ ਮਾਣ ਆ ਕਿ ਮੈਂ ਇੱਕ ਕਿਰਤੀ ਪਰਿਵਾਰ ਨੂੰ ਬਿਲੋਂਗ ਕਰਦੀ, ਤੇ ਮੇਰੇ ਪਾਪਾ ਨੇ 1-1 ਰੁਪਇਆ ਬੁਗਨੀ ਦੇ ਵਿੱਚ ਜੋੜ ਕੇ, ਜਦੋਂ ਉਹਨਾਂ ਨੂੰ ਕਰੇਜ਼ ਹੁੰਦਾ ਸੀ ਕਿ ਮੈਂ 3 ਮਹੀਨੇ 10 ਮਹੀਨੇ ਪੈਸੇ ਵੱਡੀ ਸਾਰੀ ਬੁਗਨੀ 'ਚ ਜਦੋਂ ਪਾਵਾਂਗਾ ਤੇ ਉਹ ਇਕੱਠੇ ਹੋ ਕੇ 10,000 ਨਿਕਲ ਕੇ ਆਉਣਗੇ, ਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਉਹ ਬੈਟਰ ਐਜੂਕੇਟ ਕਰਾਂਗਾ, ਜੋ ਉਹ ਚਾਹਣਗੇ ਉਹ ਮੈਂ ਕਰਾਂਗਾ। ਸੋ ਪਰਿਵਾਰ ਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਸੀ ਉਹ ਵਧੀਆ ਨਹੀਂ ਸੀ, ਪਰ ਪੜ੍ਹਾਈ ਦੇ ਮਾਮਲੇ 'ਚ ਮੇਰਾ ਪਰਿਵਾਰ ਜਿਹੜਾ ਉਹ ਬਹੁਤ ਅਮੀਰ ਸੀ। ਆਪਣੇ ਵੱਲੋਂ ਉਹਨਾਂ ਨੇ ਪੂਰੀ ਵਾਹ ਲਾਈ ਤੁਹਾਡੇ ਲਈ। ਬਹੁਤ ਅਮੀਰ ਸੀ ਕਿ ਮੇਰੇ ਪਰਿਵਾਰ ਨੂੰ ਇਹ ਪਤਾ ਸੀ ਕਿ ਜਦੋਂ ਅਸੀਂ ਕਿਤਾਬਾਂ ਖਰੀਦਣੀਆਂ, ਜਦੋਂ ਅਸੀਂ ਆਪਣੇ ਬੱਚੇ ਨੂੰ ਯੂਨੀਫਾਰਮ ਲੈ ਕੇ ਦੇਣੀ ਆ, ਜਾਂ ਕੋਈ ਵੀ ਚੀਜ਼ ਜਿਹੜੀ ਕਿ ਉਹਦੀ ਪੜ੍ਹਾਈ ਵਿੱਚ ਕੰਮ ਆਣੀ ਆ, ਉਦੋਂ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਕੋਈ ਅਮੀਰ ਪਰਿਵਾਰ ਦਾ ਪੇਰੈਂਟਸ ਵੀ ਆਪਣੇ ਬੱਚੇ ਨੂੰ ਜੋ ਲਿਆ ਕੇ ਦਿੰਦਾ ਹੋਊਗਾ ਪੜ੍ਹਨ ਲਿਖਣ ਲਈ, ਉਸ ਤੋਂ ਘੱਟ ਮੈਨੂੰ ਮਿਲਿਆ ਹੋਏਗਾ। ਸੋ ਪੇਰੈਂਟਸ ਨੇ ਆਪਣੇ ਵੱਲੋਂ ਮੈਨੂੰ ਬਹੁਤ ਅੱਛਾ ਮਤਲਬ ਪਾਲਣ ਪੋਸ਼ਣ ਦਿੱਤਾ। ਬਹੁਤ ਅੱਛੇ। ਅੱਛਾ ਮਨਦੀਪ ਜੀ, ਮੈਂ ਜਾਨਣਾ ਚਾਹੁੰਦੀ ਹਾਂ ਕਿ ਬਚਪਨ ਤੋਂ ਤੁਸੀਂ ਕਹਿੰਦੇ ਹੋ ਕਿ ਮੈਂ ਸਿੰਸੀਅਰ ਟਾਈਪ ਦੀ, ਥੋੜੀ ਸੀਰੀਅਸ ਨੇਚਰ ਦੀ ਸੀਗੀ, ਹਾਲਾਂਕਿ ਮੈਂ ਕੋਈ ਫਨ ਲਵਿੰਗ ਜਾਂ ਸ਼ਰਾਰਤੀ ਇੰਨੀ ਕੁਝ ਨਹੀਂ ਸੀਗੀ, ਤੇ ਤੁਹਾਡਾ ਜਿਹੜਾ ਮਾਈਂਡਸੈਟ ਸੀ ਉਹ ਕਦੋਂ ਇਦਾਂ ਦਾ ਬਣਿਆ ਕਿ ਮੈਂ ਕੁਝ ਡਿਫਰੈਂਟ ਕਰਨਾ, ਆਈ ਵਾਂਟ ਟੂ ਡੂ ਸਮਥਿੰਗ ਡਿਫਰੈਂਟ, ਹੈ ਨਾ, ਮੈਂ ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੁੰਦੀ ਹਾਂ ਦੁਨੀਆ 'ਚ? ਇਹ ਕਦੋਂ ਦੀ ਜਿਹੜੀ ਉਮਰ ਦੀ ਸਟੇਜ ਸੀਗੀ ਤੁਹਾਡੇ ਦਿਮਾਗ 'ਚ ਇਹ ਗੱਲ ਆਈ? ਜਦੋਂ ਅਸੀਂ ਨਾ 10th 12th ਹੁੰਦੇ ਨਾ, ਬਹੁਤ ਸੀਰੀਅਸ ਨਹੀਂ ਅਸੀਂ ਉਦੋਂ ਹੁੰਦੇ ਜੀ। ਅਸਲ 'ਚ ਜ਼ਿਆਦਾ ਬੱਚੇ ਜਿਹੜੇ ਉਹ 10ਵੀਂ 12ਵੀਂ ਦੇ ਵਿੱਚ ਹੀ ਜਿਹੜੇ ਆ ਉਹ ਉਹਨਾਂ ਨੂੰ ਰਾਈਟ ਕਰੀਅਰ ਨਹੀਂ ਚੂਜ਼ ਕਰ ਪਾਉਂਦੇ। ਬਿਲਕੁਲ, ਮਿਸਟੇਕਸ ਵੀ ਉਦੋਂ ਹੀ ਹੁੰਦੀਆਂ, ਉਦੋਂ ਅਸੀਂ ਬੜੇ ਹਾਈਪਰ ਐਕਟਿਵ ਸਟੇਜ ਵਿੱਚ ਜਾ ਰਹੇ ਹੁੰਦੇ ਆ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਆਪਣੀ 12th ਕੀਤੀ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਐਕਨੋਲੇਜ ਕੀਤਾ ਕਿ ਨਹੀਂ, ਅਜੇ ਮੈਨੂੰ ਬਹੁਤ ਮਿਹਨਤ ਕਰਨ ਦੀ ਲੋੜ ਆ। ਸੋ ਜਿਵੇਂ ਹੁੰਦਾ ਹੈ ਕਿ ਤੁਸੀਂ ਇੱਕ ਪੇਰੈਂਟਸ ਨੂੰ ਕਿਵੇਂ ਖੁਸ਼ ਕਰ ਸਕਦੇ ਆ। ਜਦੋਂ ਮੈਂ ਹੌਲੀ ਹੌਲੀ ਜਵਾਨ ਹੋਈ ਤੇ ਮੈਂ ਦੇਖਿਆ ਕਿ ਮੇਰੇ ਪੇਰੈਂਟਸ ਜਿਹੜੇ ਉਹ ਤੇ ਆਟਾ ਚੱਕੀ ਦਾ ਕੰਮ ਕਰ ਰਹੇ, ਉਹ ਤੇ ਬਹੁਤ ਮਿਹਨਤ ਕਰ ਰਹੇ ਆ, ਉਹ ਤੇ ਦਿਨ ਰਾਤ ਜਾਗ ਰਹੇ ਨੇ, ਉਹ ਤੇ ਇੰਨੀਆਂ ਭਾਰੀਆਂ ਬੋਰੀਆਂ ਆਪਣੀ ਪਿੱਠ ਤੇ ਚੁੱਕ ਰਹੇ ਨੇ, ਇੰਨੀ ਗਰਮੀ 'ਚ ਪਸੀਨਾ ਵਹਾ ਰਹੇ ਨੇ। ਤੇ ਉਸ ਚੀਜ਼ ਨੇ ਜਦੋਂ ਮੈਂ ਹੌਲੀ ਹੌਲੀ ਵੱਡੀ ਹੋਈ ਤੇ ਮੈਨੂੰ ਮੇਰੇ ਅੰਦਰ ਇਹ ਮੇਰੇ ਅਵੇਅਰਨੈਸ ਹੋਈ ਕਿ ਪੇਰੈਂਟਸ ਜਿਹੜੇ ਆ ਉਹ ਫਿਜ਼ੀਕਲੀ ਜਾਂ ਮੈਂਟਲੀ ਹਰ ਤਰੀਕੇ ਨਾਲ ਬਹੁਤ ਐਫਰਟ ਲਗਾ ਰਹੇ ਨੇ, ਤੇ ਅਸੀਂ ਕੀ ਕਰ ਰਹੇ ਹਾਂ। ਸੋ ਮੈਨੂੰ ਉਦੋਂ ਲੱਗਾ ਕਿ ਸਿਰਫ ਇੱਕ ਪੜ੍ਹਾਈ ਆ ਜਿਹਦੇ ਨਾਲ ਮੈਂ ਆਪਣੇ ਪੇਰੈਂਟਸ ਨੂੰ ਖੁਸ਼ ਕਰ ਸਕਦੀ, ਕਿਉਂਕਿ ਜਦੋਂ ਪੇਰੈਂਟਸ ਨੂੰ ਤੁਸੀਂ ਇੰਨਾ ਹਾਰਡ ਵਰਕ ਕਰਦੇ ਦੇਖਦੇ ਹੋ ਤੇ ਤੁਸੀਂ ਸੋਚਦੇ ਹੋ ਕਿ ਮੈਂ ਪੇਰੈਂਟਸ ਨੂੰ ਕਿੱਦਾਂ ਖੁਸ਼ ਕਰਾਂ। ਸੋ ਮੈਨੂੰ ਇਹ ਰੱਬ ਵੱਲੋਂ ਹੀ ਸਮਝ ਆ ਗਈ ਕਿ ਮੈਨੂੰ ਜਿਹੜਾ ਵਾ ਉਹ ਪੜ੍ਹ ਲਿਖ ਕੇ ਮੈਂ ਪੇਰੈਂਟਸ ਨੂੰ ਖੁਸ਼ ਕਰ ਸਕਦੀ ਹਾਂ। ਸੋ ਉਸ ਤੋਂ ਬਾਅਦ ਮੈਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਆਪਣੀ BBA ਆਪਣੀ MBA ਦੇ ਵਿੱਚ ਟੌਪਰ ਰਹੀ ਹਾਂ, ਭਾਵੇਂ ਮੇਰੇ ਪੇਰੈਂਟਸ ਨੂੰ ਫੀਸ ਦਿੰਦੇ 2-4-6 ਮਹੀਨੇ ਹੋਰ ਲੱਗ ਜਾਂਦੇ ਸੀ, ਪਰ ਇਹ ਕਿ ਮੈਂ ਇਹ ਨਹੀਂ ਕਦੀ ਕੀਤਾ ਕਿ ਮੈਂ ਟੌਪਰ ਨਾ ਬਣਾ। ਮੈਂ ਪੂਰੀ ਜਾਨ ਲਾਈ, ਭਾਵੇਂ ਮੇਰੀ ਫੀਸ ਨਾ ਵੀ ਗਈ ਹੋਵੇ ਯੂਨੀਵਰਸਿਟੀ, ਫਿਰ ਵੀ ਮੈਂ ਯੂਨੀਵਰਸਿਟੀ ਨੂੰ ਕੰਪੈਲ ਕਰਤਾ ਕਿ ਮੈਂ ਇੱਕ ਟੌਪਰ ਹਾਂ ਤੇ ਤੁਹਾਨੂੰ ਫੀਸ ਲੈਣ ਲਈ ਵੇਟ ਕਰਨੀ ਪਏਗੀ। ਅਮਨਦੀਪ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਦੱਸਿਆ ਕਿ ਫੈਮਿਲੀ ਵੱਲੋਂ ਬਹੁਤ ਜ਼ਿਆਦਾ ਸਪੋਰਟ ਸੀਗਾ, ਤੇ ਨਾਲ ਦੀ ਨਾਲ ਉਹਨਾਂ ਦੀਆਂ ਨਜ਼ਰਾਂ 'ਚ ਇੱਕ ਸੁਪਨਾ ਸੀਗਾ ਕਿ ਖਾਸ ਤੌਰ ਤੇ ਤੁਹਾਡੀ ਮਾਤਾ ਜੀ ਦੇ ਦਿਲ 'ਚ ਸੀਗਾ ਕਿ ਜੋ ਮੈਂ ਨਹੀਂ ਪੂਰਾ ਕਰ ਪਾਈ, ਮੈਂ ਆਪਣੇ ਬੱਚਿਆਂ 'ਚ ਉਹ ਚੀਜ਼ ਦੇਖਣਾ ਚਾਹੁੰਦੀ ਹਾਂ ਕਿ ਉਹਨਾਂ ਦੀ ਪਰਵਰਿਸ਼ ਵਿੱਚ, ਉਹਨਾਂ ਦੀ ਪੜ੍ਹਾਈ ਵਿੱਚ ਕੋਈ ਕਮੀ ਪੇਸ਼ੀ ਨਾ ਆਵੇ। ਤੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਹੋਣਗੀਆਂ, ਬਹੁਤ ਸਾਰੀਆਂ ਆਬਸਟੈਕਲਸ ਵੀ ਆਈਆਂ ਹੋਣਗੀਆਂ ਉਸ ਸਟਰਗਲ ਦੇ ਦੌਰਾਨ, ਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸੀ ਜਿਹੜੀਆਂ ਤੁਸੀਂ ਸਾਹਮਣਾ ਕਰਦੇ ਸੀਗੇ? ਮੁਸ਼ਕਲਾਂ ਇਹ ਵੀ ਸੀ ਕਿ ਇੱਥੋਂ ਮੈਂ ਰੋਜ਼ LPU ਜਾਂਦੀ ਸੀ। ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਫਾਊਂਡਰ ਬੈਚ ਦੀ ਸਟੂਡੈਂਟ ਆ, ਫਸਟ ਬੈਚ ਜਿਹੜਾ LPU ਦਾ ਸੀ, ਤੇ ਰੋਜ਼ ਇੱਥੋਂ ਜਾਣਾ। ਤੇ ਇਹ ਵੀ ਮੈਂ ਮੈਂਸ਼ਨ ਕਰਨਾ ਚਾਹੁੰਦੀ ਕਿ 5 ਸਾਲ ਦੇ ਵਿੱਚ ਮੈਂ ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ। ਠੀਕ ਹੈ, ਸੋ ਮੈਂ ਵਿਆਹ ਮਿਸ ਕਰਤੇ, ਮੈਂ ਕਈ ਕੁਝ ਮਿਸ ਕਰਤਾ, ਡਾਂਟ ਖਾ ਲਈ, ਬਟ ਮੈਂ ਯੂਨੀਵਰਸਿਟੀ ਤੋਂ ਕਦੀ ਛੁੱਟੀ ਨਹੀਂ ਕੀਤੀ, ਕਦੀ ਲੈਕਚਰ ਨਹੀਂ ਮਿਸ ਕੀਤਾ। ਬਟ ਟਰੈਵਲ ਬਹੁਤ ਕਰਨਾ ਪਿਆ, ਰੋਜ਼ ਇੱਥੋਂ ਜਾਣਾ, ਹਾਂ, ਭਾਵੇਂ ਗਰਮੀ ਆ ਸਰਦੀ ਆ। ਸੋ ਬਾਕੀ ਫਾਈਨੈਂਸ਼ੀਅਲ ਜਿਹੜੀਆਂ ਮੁਸ਼ਕਿਲਾਂ ਉਹ ਤੇ ਹੈ ਹੀ ਸੀ, ਬਟ ਫਿਰ ਵੀ ਆਪਣੇ ਆਪ ਨੂੰ ਪ੍ਰੂਵ ਕਰਨਾ। ਇੱਕ ਡਾਈਵਰਸ ਕਲਚਰ ਸੀ ਯੂਨੀਵਰਸਿਟੀ ਦਾ, ਮੇਰੇ ਤੋਂ ਇਸ ਤਰ੍ਹਾਂ ਦੇ ਬੱਚੇ ਸੀ ਕਿ ਜਿਨ੍ਹਾਂ ਦੇ ਮੇਰੇ ਤੋਂ 20-30% ਮਾਰਕਸ ਜ਼ਿਆਦਾ ਸੀ ਜਦੋਂ ਮੈਂ ਐਡਮਿਸ਼ਨ ਲਈ, ਰਾਈਟ, ਬਟ ਸਟਿਲ ਮੈਂ ਇੱਕ ਟੌਪਰ ਬਣੀ। ਸੋ ਇਟ ਵਾਜ਼
really fantastic, ਮਜ਼ਾ ਆਇਆ। ਮਜ਼ਾ ਵੀ ਆਇਆ ਤੇ ਸਟਰਗਲ ਦੇ ਨਾਲ ਨਾਲ ਤੁਹਾਡੇ ਦਿਲ 'ਚ ਇੱਕ ਚੂੰ ਸੀਗੀ ਕਿ ਨਹੀਂ ਵੀ ਮੈਂ ਫਿਰ ਵੀ ਅੱਗੇ ਨਿਕਲਣਾ ਹੈ, ਪੂਰੀ ਵਾਹ ਲਾਉਣੀ ਹੈ, ਜੋ ਮਰਜ਼ੀ ਹੋ ਜਾਏ। ਜੀ ਅੱਛਾ, ਤੁਸੀਂ ਇਹ ਮੈਨੂੰ ਦੱਸੋ ਕਿ ਇਹ ਤੁਸੀਂ ਕੰਪਨੀ ਜਿਹੜੀ ਖੋਲੀ ਹੈ ਹਨਾ, ਸਿੰਬਾ ਕੁਆਡਸ, ਇਹ ਆਈਟੀ ਕੰਪਨੀ ਹੈ ਨਾ, ਆਈਟੀ ਸਰਵਿਸਿਜ਼ ਦਿੰਦੀ ਹੈ ਤੇ ਮਾਰਕੀਟਿੰਗ ਇਹਦੇ ਵਿੱਚ ਹੈਗਾ ਹਨਾ। ਤੇ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਜਿਹੜੀ ਸਟੱਡੀ ਹੈ ਤੇ ਜਿਹੜਾ ਇਹ ਕੰਮ ਹੈ, ਦੋਨੋਂ ਇੰਟਾਇਰਲੀ ਡਿਫਰੈਂਟ ਹੈ, ਇਹ ਕਿਵੇਂ ਵੱਖ-ਵੱਖ ਕਿਵੇਂ ਗੱਲਾਂ ਹੋਈਆਂ ਇਹ? ਮੈਂ ਇੱਕ ਤੇ ਬਹੁਤ ਆਪਣੇ ਆਪ ਨੂੰ ਖੁਸ਼ ਨਸੀਬ ਮੰਨਦੀ ਕਿ ਮੈਂ MBA ਦੀ ਪੜ੍ਹਾਈ ਕਰ ਲਈ। ਅੱਛਾ ਜੀ। ਕਿਤੇ ਨਾ ਕਿਤੇ ਮੇਰੇ ਮੰਮੀ ਨੂੰ ਜਾਂ ਮੈਨੂੰ ਸਮਝ ਆ ਗਈ, ਕੁਝ ਪਤਾ ਲੱਗ ਗਿਆ ਥੋੜਾ ਬਹੁਤ। ਤੇ ਸੋ MBA ਇਜ਼ ਕਾਈਂਡ ਆਫ ਕਿ ਯੂ ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ। ਸੋ ਬਿਜ਼ਨਸ ਜਿਹੜਾ ਉਹ ਕੋਈ ਵੀ ਹੋ ਸਕਦਾ ਹੈ, ਬਿਜ਼ਨਸ ਰੈਸਟੋਰੈਂਟ ਵੀ ਹੋ ਸਕਦਾ ਹੈ, ਹੋਟਲ ਵੀ ਹੋ ਸਕਦਾ ਹੈ, ਬਿਜ਼ਨਸ IT ਕੰਪਨੀ ਹੋ ਸਕਦੀ ਹੈ, ਫੈਸ਼ਨ ਹੋ ਸਕਦਾ, ਕੋਈ ਵੀ ਬਿਜ਼ਨਸ ਹੋ ਸਕਦਾ। ਸੋ ਮੈਂ ਮੰਨਦੀ ਕਿ ਤੁਹਾਨੂੰ ਕੋਈ ਵੀ ਬਿਜ਼ਨਸ ਸ਼ੁਰੂ ਕਰਨ ਲਈ ਜਿਹੜਾ ਇੱਕ ਉਦਮੀ ਦੇ ਵਿੱਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਉਸ ਦੀ ਲੋੜ ਆ, ਨਾ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਮਨਚੂਰੀਅਨ ਬਣਨਾ ਕਿਵੇਂ ਹੈ। ਜੀ ਬੇਸਿਕ ਉਹਦੇ ਵਿੱਚ ਕਿੰਨਾ ਕੀ ਕੰਟੈਂਟ ਪਾਣਾ ਹੈ, ਉਹ ਤੁਹਾਡਾ ਕੰਮ ਨਹੀਂ। ਤੁਹਾਡਾ ਬਿਜ਼ਨਸ ਨੂੰ ਚਲਾਉਣਾ, ਉਹਨੂੰ ਅੱਗੇ ਲੈ ਕੇ ਜਾਣਾ, ਉਹਦਾ ਵਿਜ਼ਨ ਆ ਜਿਹੜਾ, ਉਹ ਤੁਹਾਡਾ ਕੰਮ ਆ। ਸੋ ਅੱਜ ਵੀ ਮੈਂ ਟ੍ਰੈਂਡ ਐਨਾਲਿਸਿਸ ਬਹੁਤ ਕਰਦੀ ਹਾਂ, ਮੈਂ ਦੇਖਦੀ ਹਾਂ ਕਿ ਦੁਨੀਆ 'ਚ ਕੀ ਚੱਲ ਰਿਹਾ। ਸੋ ਮੈਂ ਜਿਵੇਂ ਕਿ ਇੱਕ ਅਕੈਡਮਿਕਲੀ ਜਿਹੜਾ ਵਾ ਬੜਾ ਆਪਣੇ ਆਪ ਨੂੰ ਸਟਰੋਂਗ ਰੱਖਿਆ। ਸੋ ਹਮੇਸ਼ਾ ਮੈਂ ਆਪਣੀ ਕੰਪਨੀ ਖੋਲਣ ਲੱਗਿਆ ਵੀ ਜਾਂ ਫਿਰ ਜਿਹੜਾ ਮੈਂ ਕਹਿ ਸਕਦੀ ਕਿ ਸਾਨੂੰ ਟ੍ਰੈਂਡ ਜਿਹੜਾ ਪਤਾ ਸੀ ਕਿ IT ਜਿਹੜਾ ਵਾ ਉਹ ਗਰੋ ਕਰੇਗਾ, ਪਲੱਸ IT ਇਜ਼ ਐਵਰਗ੍ਰੀਨ ਜਿਹੜਾ ਫੀਲਡ ਆ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਮਨਦੀਪ ਸਿਰਫ IT ਲਈ ਨਹੀਂ ਬਣੀ। ਸੋ ਮੇਰਾ ਬਿਜ਼ਨਸ ਐਸਪੈਕਟ ਜ਼ਿਆਦਾ ਹੈ। ਸੋ ਆਈ ਐਮ ਸਟਿਲ ਵਾਚਿੰਗ ਟ੍ਰੈਂਡਸ ਕਿ ਹੋਰ ਆਪਾਂ ਕੀ ਕਰ ਸਕਦੇ। ਜੀ ਮਤਲਬ ਤੁਸੀਂ ਆਪਣਾ ਰਿਸਰਚ ਵਰਕ ਜਿਹੜਾ ਜਾਰੀ ਰੱਖਿਆ ਹੋਇਆ ਕਿ ਅੱਗੇ ਹੋਰ ਨਵਾਂ ਕੀ ਕਰਨਾ। ਜੀ ਇਹ ਸਾਡੀ ਇੰਟਰਵਿਊ ਜਿਹੜੀ ਹੈ ਬਹੁਤ ਐਕਸਾਈਟਮੈਂਟ ਦਿੰਦੀ ਜਾ ਰਹੀ ਹੈ। ਆਪਾਂ ਮਨਦੀਪ ਜੀ ਨਾਲ ਗੱਲਾਂ ਹਾਲੇ ਹੋਰ ਬਹੁਤ ਸਾਰੀਆਂ ਕਰੀਆਂ ਨੇ, ਲੇਕਿਨ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਅੱਛਾ ਮਨਦੀਪ ਜੀ, ਤੁਸੀਂ ਜਿਹੜੀ ਇਹ IT ਕੰਪਨੀ ਖੋਲੀ ਹੈ, ਇਹਦਾ ਬੇਸਿਕਲੀ ਵਿਜ਼ਨ ਕੀ ਹੈ? ਸੋ IT ਕੰਪਨੀ ਦਾ ਵਿਜ਼ਨ ਹੈ ਚੇਂਜਿੰਗ ਲਾਈਵਸ। ਠੀਕ ਹੈ, ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਲੈ ਕੇ ਆਉਣਾ। ਵਾਹ, ਗ੍ਰੇਟ। ਐਸਾ ਬਦਲਾਵ ਜੋ ਕਿ ਮੇਰੀ ਜ਼ਿੰਦਗੀ ਦੇ ਵਿੱਚ 10 ਸਾਲਾਂ ਦੇ ਵਿੱਚ ਆਇਆ। ਅੱਛਾ। ਸੋ ਮੈਂ ਇੱਕ ਬਹੁਤ ਨੋਰਮਲ ਬੈਕਗ੍ਰਾਉਂਡ ਤੋਂ ਸ਼ੁਰੂ ਹੋ ਕੇ ਪਿੰਡ ਦੇ ਵਿੱਚ ਅੱਛਾ ਕੰਮ ਕਰ ਪਾ ਰਹੀ ਹਾਂ, ਅਰਨ ਕਰ ਪਾ ਰਹੀ ਹਾਂ, ਆਪਣੇ ਪੇਰੈਂਟਸ ਨੂੰ ਖੁਸ਼ ਰੱਖ ਪਾ ਰਹੀ ਹਾਂ, ਜੋ ਚਾਹੁੰਦੇ ਉਹਨਾਂ ਦੇ ਸੁਪਨੇ ਪੂਰੇ ਕਰ ਪਾ ਰਹੀ। ਸੋ ਮੈਂ ਪੰਜਾਬ ਦੇ ਵਿੱਚ ਮਨਦੀਪ ਵਰਗੀਆਂ ਜਾਂ ਮਨਦੀਪ ਤੋਂ ਬਿਹਤਰ ਹੋਰ ਬਹੁਤ ਮਨਦੀਪ ਦੇਖਣਾ ਚਾਹੁੰਦੀ। ਇਹੀ ਮੇਰਾ ਜਿਹੜਾ ਉਹ ਵਿਜ਼ਨ ਆ ਕਿ ਜਿਹੜਾ ਬੱਚਾ ਮੇਰੇ ਕੋਲ ਸਿੱਖਣ ਲਈ ਆ ਜਾਏ। ਠੀਕ ਆ, ਮੈਂ ਇੱਥੇ ਸਿੰਬਾ ਕੋਰਸ ਸ਼ੁਰੂ ਕੀਤਾ ਜਿਹਦੇ ਵਿੱਚ ਬੱਚੇ ਅਲੱਗ-ਅਲੱਗ ਕੋਰਸਿਸ ਸਿੱਖ ਸਕਦੇ ਨੇ, ਆਨਲਾਈਨ ਵੀ ਤੇ ਆਫਲਾਈਨ ਵੀ। ਰਾਈਟ। ਸੋ ਜਿਹੜਾ ਮੇਰੇ ਕੋਲ ਸਿੱਖਣ ਲਈ ਆ ਜਾਏ ਉਸ ਨੂੰ, ਜਾਂ ਜਿਹੜਾ ਮੇਰੇ ਕੋਲ 5-6 ਹਜ਼ਾਰ ਦੇ ਸਟਾਈਪੈਂਡ ਤੇ ਆ ਜਾਏ, ਉਸ ਨੂੰ ਮੈਂ 3-4-5 ਸਾਲਾਂ ਦੇ ਵਿੱਚ 50-60-70 ਹਜ਼ਾਰ, ਜਾਂ ਜੇ ਉਹ 'ਚ ਜ਼ਿਆਦਾ ਕਾਬਲੀਅਤ ਹੈ ਕਿ 1 ਲੱਖ ਕਮਾਉਣ ਵਾਲਾ ਐਸਾ ਬੱਚਾ ਬਣਾਦਾ ਮੈਂ ਕਿ ਜਿਹੜਾ ਘਰੋਂ ਵਾਕਿੰਗ ਡਿਸਟੈਂਸ ਤੇ ਆ ਰਿਹਾ ਹੈ, ਕੰਪਿਊਟਰ ਤੇ ਜੌਬ ਕਰ ਰਿਹਾ ਹੈ ਤੇ ਉਹ ਅੱਛਾ ਕਮਾ ਰਿਹਾ। ਉਹ ਕਦੀ ਵੀ ਨਾ ਸੋਚੇ ਕਿ ਮੈਨੂੰ ਆਪਣੇ ਪੇਰੈਂਟਸ ਤੋਂ ਵੱਖ ਹੋ ਕੇ ਕਿਤੇ ਮਜਬੂਰਨ ਜਾ ਕੇ ਜਿਹੜਾ ਕਮਾਣਾ ਪਏਗਾ। ਤੇ ਇੱਥੇ ਮੈਂ ਇਹ ਵੀ ਮੈਂਸ਼ਨ ਕਰਨਾ ਚਾਹੁੰਦੀ ਕਿ ਮੈਂ ਉਹਨਾਂ ਬੱਚਿਆਂ ਦੀ ਗੱਲ ਨਹੀਂ ਕਰ ਰਹੀ ਕਿ ਜਿਹੜੇ ਆਜ਼ਾਦੀ ਚਾਹੁੰਦੇ ਨੇ। ਮੈਂ ਉਹਨਾਂ ਬੱਚਿਆਂ ਦੀ ਗੱਲ ਕਰ ਰਹੀ ਹਾਂ ਕਿ ਜਿਹੜੇ ਵਾਕਈ ਬਿਲੀਵ ਕਰਦੇ ਨੇ ਕਿ ਜੇ ਅਸੀਂ ਪੰਜਾਬ ਵਿੱਚ ਮਿਹਨਤ ਕਰੀਏ ਤੇ ਇੱਥੇ ਅਸੀਂ ਅਰਨ ਕਰ ਸਕਦੇ ਹਾਂ। ਪੜ੍ਹਨਾ ਸਾਨੂੰ ਪੈਣਾ ਹੀ ਆ, ਉਹਦਾ ਕੋਈ ਵੀ ਹੋਰ ਜਿਹੜਾ ਹੱਲ ਨਹੀਂ ਹੈਗਾ। ਪੜ੍ਹਾਈ ਨਾਲ ਹੀ ਅੱਛੀ ਜੌਬ ਨੇ ਸਾਡੇ ਕੋਲ ਆਉਣਾ। ਜੀ ਬਿਲਕੁਲ। ਅੱਛਾ ਮਨਦੀਪ, ਮੈਨੂੰ ਇਹ ਚੀਜ਼ ਦੱਸੋ ਕਿ ਤੁਸੀਂ ਹੁਣ ਤੱਕ ਜਦੋਂ ਦੀ ਤੁਹਾਡੀ ਕੰਪਨੀ ਸਟਾਰਟ ਹੋਈ ਹੈ, ਤੁਸੀਂ ਇਹ ਜਿਹੜਾ ਹੈਗਾ ਕੰਮ ਸ਼ੁਰੂ ਕੀਤਾ ਹੈ ਨਾ, ਇਹਦੇ ਵਿੱਚ ਕਿੰਨੇ ਬੱਚਿਆਂ ਨੂੰ, ਕਿੰਨੇ ਲੜਕੇ ਲੜਕੀਆਂ ਨੂੰ ਰੁਜ਼ਗਾਰ ਦੇ ਚੁੱਕੇ ਹੋ ਹੁਣ ਤੱਕ? ਸੋ ਸਾਡੇ ਕੋਲ ਇਸ ਟਾਈਮ 110 ਪਲੱਸ ਇੰਪਲੋਈਜ਼ ਆ ਇੱਥੇ। ਮੇਰੇ ਕੋਲ 3 ਆਫਿਸ ਆ ਮੇਰੇ ਪਿੰਡ ਦੇ ਵਿੱਚ ਹੀ। ਤੇ ਕੰਪਨੀ ਪਾਲਿਸੀ ਆ ਕਿ 25% ਜਿਹੜੇ ਬੱਚੇ ਆ ਉਹ ਵਿਦਿਨ 15 ਕਿਲੋਮੀਟਰਸ ਦੇ ਏਰੀਆ 'ਚ ਹੋਣੇ ਚਾਹੀਦੇ ਆ। ਠੀਕ ਆ। ਫਿਰ ਕੰਪਨੀ ਦੀ ਅਨਦਰ ਪਾਲਿਸੀ ਆ ਕਿ ਮੋਰ ਦੈਨ 50% ਜਿਹੜੇ ਬੱਚੇ ਆ ਉਹ ਪੰਜਾਬ ਦੇ ਹੋਣੇ ਚਾਹੀਦੇ, ਕਿਉਂਕਿ ਪੰਜਾਬ ਵਿੱਚ ਕੰਪਨੀ ਖੋਲ੍ਹਣ ਦਾ ਤਾਂ ਹੀ ਫਾਇਦਾ ਹੈ ਜੇ ਪੰਜਾਬ ਦੇ ਬੱਚਿਆਂ ਨੂੰ ਜੌਬ ਮਿਲੇ। ਦੂਸਰੀ ਜਿੱਦਾਂ ਕਿ 25% ਵਿਦਿਨ 15 ਕਿਲੋਮੀਟਰ ਏਰੀਆ 'ਚ ਹੋਣੇ ਚਾਹੀਦੇ। ਜੇ ਮੇਰੇ ਪਿੰਡ ਤੋਂ ਹੀ 100 ਚੋਂ 25 ਲੋਕ ਕੰਮ ਕਰਨਗੇ ਤਾਂ ਹੀ ਪਿੰਡ 'ਚ ਕੰਪਨੀ ਖੋਲ੍ਹਣ ਦਾ ਫਾਇਦਾ, ਨਹੀਂ ਤੇ ਮੈਂ ਮੋਹਾਲੀ ਵੀ ਖੋਲ੍ਹ ਸਕਦੀ ਹਾਂ, ਅੰਮ੍ਰਿਤਸਰ ਸਿਟੀ 'ਚ ਖੋਲ੍ਹ ਸਕਦੀ ਹਾਂ, ਦਿੱਲੀ ਜਾ ਸਕਦੀ ਹਾਂ। ਸੋ ਇੰਨੀ ਕਾਬਲੀਅਤ ਹੈ ਮੇਰੇ 'ਚ ਕਿ ਮੈਂ ਸਿਟੀ 'ਚ ਖੋਲ੍ਹ ਸਕਦੀ। ਬਟ ਕੰਪਨੀ ਨੂੰ ਮੈਂ ਇੱਕ ਰਿਜ਼ਰਵ ਕੈਟੇਗਰੀ ਰੱਖੀ ਹੋਈ ਕੰਪਨੀ ਦੇ ਵਿੱਚ ਕਿ 50% ਲੋਕ ਜਿਹੜੇ ਆ ਉਹ ਪੰਜਾਬ ਦੇ ਹੀ ਹੋਣਗੇ ਤੇ 50% ਲੋਕ ਜਿਹੜੇ ਆ ਉਹ ਕਿਤੋਂ ਵੀ ਆ ਸਕਦੇ ਆ, ਤਾਂ ਕਿ ਉਹ ਵੱਖ-ਵੱਖ ਕੰਪਨੀਜ਼ ਚੋਂ, ਵੱਖ-ਵੱਖ ਸਟੇਟਸ ਚੋਂ ਸਾਡੇ ਕੋਲ ਆਉਣ, ਜਿਹਦੇ ਨਾਲ ਨੌਲੇਜ ਦਾ ਆਦਾਨ ਪ੍ਰਦਾਨ ਹੋਵੇ ਤੇ ਇੱਕ ਦੂਜੇ ਤੋਂ ਸਿੱਖਣ।
ਬਿਲਕੁਲ ਬਿਲਕੁਲ, ਜਿੰਨਾ ਦਾਇਰਾ ਵੱਡਾ ਹੋਏਗਾ ਇੱਕ ਦੂਜੇ ਤੋਂ ਉਨਾ ਹੀ ਸਿੱਖਣ ਦਾ ਮੌਕਾ ਮਿਲਦਾ। ਅੱਛਾ ਮਨਦੀਪ, ਅੱਜ ਦੀ ਡੇਟ ਵਿੱਚ ਆਪਾਂ ਦੇਖਦੇ ਹਾਂ ਕਿ ਮੋਹਾਲੀ ਚੰਡੀਗੜ੍ਹ ਜਿਹੜੇ ਹੈਗੇ ਨਾ ਟਰਾਈ ਸਿਟੀ ਵੱਲ ਨੂੰ ਲੋਕ ਭੱਜਦੇ ਨੇ ਜਾਂ ਦਿੱਲੀ NCR ਵੱਲ ਨੂੰ ਜਾਂਦੇ ਨੇ ਸਾਡੇ ਸਪੈਸ਼ਲੀ ਯੰਗਸਟਰਸ, ਤੇ ਉਹਨਾਂ ਲਈ ਤੁਸੀਂ ਕੀ ਸੋਚਦੇ ਹੋ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਉਹਨਾਂ ਲਈ ਮੈਂ ਇਹੀ ਸੋਚ ਰਹੀ ਕਿ ਉਹਨਾਂ ਨੂੰ ਵਾਪਸ ਬੁਲਾਵਾਂਗੇ। ਅੱਛਾ ਸੋ ਸਾਡੇ ਜਿੱਦਾਂ CM ਸਾਹਿਬ ਭਗਵੰਤ ਮਾਨ ਜੀ ਕਹਿੰਦੇ ਕਿ ਅਮਰੀਕਾ ਕੈਨੇਡਾ ਤੋਂ ਵਾਪਸ ਬੁਲਾਵਾਂਗੇ, ਸੋ ਮੈਂ ਇਸ ਚੀਜ਼ ਤੇ ਕੰਮ ਕਰ ਰਹੀ ਕਿ ਪਹਿਲਾਂ ਤੇ ਜਿਹੜੇ ਸਾਡੇ ਹੀ ਪੰਜਾਬੀ ਜੀ ਦਿੱਲੀ, ਗੁੜਗਾਉਂ, ਬੈਂਗਲੌਰ, ਹੈਦਰਾਬਾਦ ਵਿੱਚ ਬੈਠ ਕੇ ਕੋਡਿੰਗ ਕਰ ਰਹੇ ਨੇ, ਪਹਿਲਾਂ ਤੇ ਉਹਨਾਂ ਨੂੰ ਵਾਪਸ ਬੁਲਾਵਾਂਗੇ। ਬਿਲਕੁਲ, ਇਹੋ ਜਿਹੀਆਂ IT ਕੰਪਨੀਆਂ ਪੰਜਾਬ ਦੇ ਵਿੱਚ ਬਣਾਵਾਂਗੇ, ਇਹੋ ਜਿਹੇ ਅੱਛੇ ਪਿੰਡਾਂ ਦੇ ਵਿੱਚ ਕਲੀਨ এনवायरमेंट ਵਾਲੇ ਲਸ਼ ਗ੍ਰੀਨ ਕੈਂਪਸ ਅਸੀਂ ਪੰਜਾਬ 'ਚ ਬਣਾਵਾਂਗੇ ਕਿ ਤੁਹਾਡਾ ਜੀ ਕਰੇਗਾ ਕਿ ਅਸੀਂ ਦਿੱਲੀ ਤੋਂ, ਗੁੜਗਾਉਂ ਤੋਂ ਹੁਣ ਚੱਲੀਏ ਵਾਪਸ ਪੰਜਾਬ। ਸੋ ਇਹ ਮੁਹਿੰਮ ਸ਼ੁਰੂ ਕਰਾਂਗੀ ਮੈਂ ਕਿ ਜਿੱਥੇ ਤੁਸੀਂ ਦੇਖੋਗੇ ਆਉਣ ਵਾਲੇ 1-2 ਹਫ਼ਤੇ 'ਚ ਤੁਸੀਂ ਮੇਰੇ ਪੇਜ ਤੇ ਦੇਖੋਗੇ ਕਿ IBM ਤੋਂ ਬੱਚਾ ਕਿੱਦਾਂ ਵਾਪਸ ਇੱਥੇ ਆਇਆ, TCS ਤੋਂ ਵਾਪਸ ਆਇਆ, ਇਨਫੋਸਿਸ ਤੋਂ ਵਾਪਸ ਆਇਆ। ਸੋ ਅਸੀਂ ਵੀ ਆਪਣੇ ਸਾਰੇ ਡ੍ਰੀਮਸ, ਆਪਣੀਆਂ ਇੱਛਾਵਾਂ ਪੰਜਾਬ 'ਚ ਰਹਿ ਕੇ ਪੂਰੇ ਕਰ ਪਾ ਰਹੇ ਹਾਂ। ਤੇ ਮੈਂ ਮੰਨਦੀ ਹਾਂ ਕਿ ਵਾਈਟ ਕਾਲਰ ਜੌਬਸ ਲਈ ਸਾਡੇ ਯੂਥ ਨੂੰ ਬਾਹਰ ਜਾਣਾ ਪਿਆ ਹੈ, ਪਰ ਹੁਣ ਜਿਹੜਾ ਅਸੀਂ ਯੂਥ ਨੂੰ ਮੋੜਨਾ ਸ਼ੁਰੂ ਕਰ ਦਿਆਂਗੇ। ਸੋ ਇਟਸ ਕੁਆਇਟ ਇੰਟਰਸਟਿੰਗ ਕਿ ਤੁਸੀਂ ਆਪਣੇ ਯੂ ਆਰ ਗੋਇੰਗ ਹੈਂਡ ਇਨ ਹੈਂਡ ਵਿਦ ਆਰ ਚੀਫ ਮਿਨਿਸਟਰ ਭਗਵੰਤ ਮਾਨ ਜੀ, ਐਂਡ ਰੀਸੈਂਟਲੀ ਤੁਸੀਂ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਜੀ ਉਹਨਾਂ ਨੂੰ ਮਿਲੇ, ਉਹਨਾਂ ਨਾਲ ਤੁਹਾਡੀ ਮੀਟਿੰਗ ਹੋਈ ਹੈ ਨਾ, ਤੁਹਾਨੂੰ ਇਹ ਬਹੁਤ ਲੱਕੀ ਚਾਂਸ ਮਿਲਿਆ ਹੈਗਾ। ਸੋ ਫੋਰਚੂਨੇਟਲੀ ਜੋ ਤੁਸੀਂ ਉਹਨਾਂ ਨੂੰ ਮਿਲੇ ਹੋ ਤਾਂ ਕੀ ਗੱਲਬਾਤ ਹੋਈ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਅੱਜ ਪ੍ਰਾਈਮ ਮਿਨਿਸਟਰ ਨੂੰ ਮਿਲ ਰਹੀ ਹਾਂ, ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਰਹੀ ਹਾਂ, ਕਿਵੇਂ ਦਾ ਲੱਗਾ? ਬਹੁਤ ਜ਼ਿਆਦਾ ਮੈਨੂੰ ਅੱਛਾ ਲੱਗਾ ਜੀ, ਮੈਨੂੰ ਬਹੁਤ ਹੀ ਪ੍ਰਾਊਡ ਫੀਲ ਹੋਇਆ। ਪਲੱਸ ਮੈਨੂੰ ਹਰ ਖੁਸ਼ੀ ਆਪਣੀ ਟੀਮ ਲਈ ਹੁੰਦੀ ਹੈ ਕਿਉਂਕਿ ਮੇਰੀ ਟੀਮ ਕਰਕੇ ਹੀ ਮੈਂ ਇੱਥੇ ਹਾਂ। ਸੋ ਮੈਂ ਆਪਣੇ 110 EMPLOYEES ਦੀ ਜਿਹੜੀ ਆ ਬੜੀ ਰਿਣੀ ਆ ਕਿ ਉਹ ਇੰਨੀ ਮਿਹਨਤ ਕਰ ਰਹੇ ਨੇ ਤੇ ਆਪਣੀ ਮਿਹਨਤ ਨਾਲ ਪਿੱਛੇ ਰਹਿ ਕੇ ਪਰਦੇ ਦੇ ਮੈਨੂੰ ਪ੍ਰਾਈਮ ਮਿਨਿਸਟਰ ਤੱਕ ਜਿਹੜਾ ਭੇਜ ਰਹੇ ਨੇ। ਸੋ ਉੱਥੇ ਜਿਹੜੇ ਗਏ ਵੀ ਸੀ ਗੈਸਟ, ਜਿਹੜੇ ਕਿ ਸਿੱਖ ਡੈਲੀਗੇਟਸ ਫਰੋਮ ਦ ਕਾਰਪੋਰੇਟ ਵਰਲਡ ਦੀ ਲਿਸਟ ਸੀ, 27 ਆਲਮੋਸਟ ਬੰਦੇ ਸੀ, ਜਿਹਦੇ ਵਿੱਚੋਂ ਇੱਕ ਮੈਂ ਸੀ। ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਪ੍ਰੋਫਾਈਲ ਜਿਹੜੀ ਉਹ ਬਿਜ਼ਨਸ ਪ੍ਰੋਫਾਈਲ ਵਿੱਚ ਕੰਸੀਡਰ ਹੋਈ ਕਿ ਮੈਂ ਇੱਕ ਬਿਜ਼ਨਸ ਵੂਮਨ ਹਾਂ ਤੇ ਇਸ ਕਰਕੇ ਮੈਨੂੰ ਬੁਲਾਇਆ ਗਿਆ। ਆਈ ਗੈਸ ਯੂ ਮਾਈਟ ਬੀ ਦਾ ਯੰਗੈਸਟ ਵਨ, ਆਈ ਗੈਸ ਨੋ ਮੇਬੀ। ਮੈਨੂੰ ਕਾਫੀ ਵੈਸੇ ਜਿਹੜੇ 올림픽ੀਅਨ ਸੀ ਗਰਲਸ, ਆਈ ਥਿੰਕ ਉਹ ਮੇਰੇ ਤੋਂ ਵੀ ਯੰਗ ਹੋਣਗੀਆਂ, ਬਟ ਬਿਜ਼ਨਸ ਪ੍ਰੋਫਾਈਲ ਕਹਿ ਸਕਦੇ ਹੋ। ਹਾਂਜੀ ਬਿਜ਼ਨਸ ਐਸਪੈਕਟ ਤੋਂ ਦੇਖੀਏ ਤਾਂ ਜੀ। ਸੋ ਉੱਥੇ ਫਿਰ ਹਰ ਇੱਕ ਨੂੰ ਮੌਕਾ ਵੀ ਨਹੀਂ ਮਿਲਿਆ ਗੱਲ ਕਰਨ ਦਾ, ਤੇ ਬਾਕੀ ਮੈਂ ਲੱਕੀ ਰਹੀ ਕਿ ਮੈਨੂੰ ਮੌਕਾ ਮਿਲਿਆ। ਤੇ ਮੈਨੂੰ ਮੌਕਾ ਹੀ ਨਹੀਂ, ਮੈਨੂੰ ਇਹ ਵੀ ਮੌਕਾ ਮਿਲਿਆ ਕਿ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਕਿ ਫਿਰ ਸੇ ਬਤਾਈਏ, ਦੁਬਾਰਾ ਦੱਸੋ ਕਿ ਤੁਸੀਂ ਕੀ ਕਿਹਾ। ਸੋ ਮੈਨੂੰ ਉਦੋਂ ਲੱਗਾ ਕਿ ਵਾਕਈ ਅਸੀਂ ਕੁਝ ਖਾਸ ਕਰ ਰਹੇ ਹਾਂ ਕਿ ਇੱਕ ਪ੍ਰਾਈਮ ਮਿਨਿਸਟਰ ਨੇ ਵੀ ਆਪਣਾ ਟਾਈਮ ਥੋੜਾ ਜ਼ਿਆਦਾ ਦੇ ਕੇ ਮੈਨੂੰ ਕਿਹਾ ਕਿ ਇੱਕ ਬਾਰ ਦੁਬਾਰਾ ਆਪ ਬਤਾएं, तो फिर ਮੈਨੂੰ ਬਹੁਤ ਅੱਛਾ ਲੱਗਾ। ਇਟ ਵਾਸ ਅ ਵੰਡਰਫੁਲ ਐਕਸਪੀਰੀਅੰਸ। ਓਕੇ, ਦੈਟਸ ਗ੍ਰੇਟ। ਅੱਛਾ ਮਨਦੀਪ, ਮੈਂ ਜੋ ਸੁਣਿਆ ਹੈ ਕਿ ਇੱਥੇ ਦਿੱਲੀ ਤੋਂ ਵੀ ਕੁਝ ਮਿਨਿਸਟਰਸ ਨੇ, ਹੋਰ ਕਈਆਂ ਜਣਿਆਂ ਨੇ ਵਿਜ਼ਿਟ ਕੀਤਾ ਤੇ ਤੁਹਾਨੂੰ ਐਪਰੀਸੀਏਸ਼ਨ ਮਿਲੀ ਹੈ, ਤੇ ਕੌਣ ਹੁਣ ਤੱਕ ਤੁਹਾਨੂੰ ਵਿਜ਼ਿਟ ਕਰ ਚੁੱਕੇ ਨੇ, ਉਹ ਸਾਡੇ ਦਰਸ਼ਕਾਂ ਨੂੰ ਦੱਸੋ। ਸੋ ਬਹੁਤ ਹੀ ਸਭ ਤੋਂ ਪਹਿਲਾਂ ਇੱਥੇ ਡਿਪਟੀ ਚੀਫ ਮਿਨਿਸਟਰ ਦਿੱਲੀ ਮਨੀਸ਼ ਸਿਸੋਦੀਆ ਜੀ ਇੱਥੇ ਆਏ ਤੇ ਮੈਨੂੰ ਬਹੁਤ ਅੱਛਾ ਲੱਗਾ। ਉਹ ਬਹੁਤ ਹੀ ਇੱਕ ਸੰਜੀਦਾ, ਬਹੁਤ ਹੀ ਜ਼ਿਆਦਾ ਨੌਲੇਜੇਬਲ ਪਰਸਨੈਲਿਟੀ ਮੈਨੂੰ ਲੱਗੇ ਕਿ ਜਿਨ੍ਹਾਂ ਨੇ ਯੂ ਨੋ 1 ਮਿੰਟ ਦੇ ਵਿੱਚ ਹੀ ਠੀਕ ਹੈ ਸਾਨੂੰ ਦੇਖ ਕੇ ਉਹਨਾਂ ਨੂੰ ਲੱਗਾ ਕਿ ਹਾਂ ਵਾਕਈ ਇਹ ਇੱਕ ਸੋਲਿਊਸ਼ਨ ਆ ਇੰਡੀਆ ਲਈ। ਸੋ ਉਹਨਾਂ ਨੇ ਇੱਥੇ ਸਪੈਸ਼ਲੀ ਵਿਜ਼ਿਟ ਕੀਤਾ, ਮੈਨੂੰ ਬਹੁਤ ਹੀ ਇੱਕ ਕਾਮਨ ਮੈਨ ਵਾਂਗੂ ਵਿਜ਼ਿਟ ਕੀਤਾ। ਕੋਈ ਇੱਦਾਂ ਨਹੀਂ ਕਿ ਅੱਗੇ ਪਿੱਛੇ ਪੁਲਿਸ ਆ ਜਾਂ ਕੋਈ ਬਹੁਤ ਗਾਰਡਸ ਆ, ਇਹੋ ਜਿਹੀ ਕੋਈ ਗੱਲ ਨਹੀਂ। ਸੋ ਸਾਡੀ ਟੀਮ ਨੂੰ ਵੀ ਬੜਾ ਹੀ ਇੱਕ ਅੱਛਾ ਲੱਗਾ ਕਿ ਜਿਵੇਂ ਕੋਈ ਆਮ ਇਨਸਾਨ ਹੀ ਸਾਨੂੰ ਮਿਲਣ ਆਇਆ। ਸੋ ਮਨੀਸ਼ ਸਿਸੋਦੀਆ ਜੀ ਨੇ ਸਟੇਜਿਸ ਤੇ ਵੀ ਬੋਲਿਆ, ਦਿੱਲੀ ਦੀਆਂ ਇੰਨੀਆਂ ਵੱਡੀਆਂ ਸਟੇਜਿਸ ਤੇ ਬੋਲਿਆ, NDTV ਦੇ ਵਿੱਚ ਸਾਡੇ ਬਾਰੇ ਬੋਲਿਆ। ਉਹਨਾਂ ਨੇ ਸਾਨੂੰ ਇੱਕ ਵਾਰ ਪੂਰੀ ਇੱਕ ਹਾਈਪ ਦੇਤੀ ਕਿ ਇਹ ਬੱਚੇ ਜਿਹੜੇ ਆ, ਮੈਂ ਤੇ ਮੇਰਾ ਬ੍ਰਦਰ ਬਹੁਤ ਅੱਛਾ ਕੰਮ ਜਿਹੜਾ ਉਹ ਕਰ ਰਹੇ ਆ, ਐਂਡ ਦਿਸ ਇਜ਼ ਅ ਸੋਲਿਊਸ਼ਨ for generating white collar jobs in the villages of Punjab ਜਾਂ all over India। ਉਸ ਤੋਂ ਬਾਅਦ ਫਿਰ ਜਦੋਂ ਮੇਰੀ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਹੋਈ ਤੇ ਮਨੀਸ਼ ਸਿਸੋਦੀਆ ਜੀ ਨਾਲ ਮੀਟਿੰਗ ਹੋਈ, ਤੇ ਉਹਦੇ ਵਿੱਚ ਵੀ ਜਿਹੜਾ ਮੈਨੂੰ ਅਰਵਿੰਦ ਕੇਜਰੀਵਾਲ ਜੀ ਨੇ ਟਵੀਟ ਕੀਤਾ ਤੇ ਉਹਨਾਂ ਨੇ ਵੀ ਬਹੁਤ ਅੱਛਾ ਸਾਡੇ ਬਾਰੇ ਲਿਖਿਆ ਕਿ ਮਨਦੀਪ ਜੀ ਕਿ ऐसा मॉडल आपने तैयार किया कि जो वाकई ही इंडिया में रेप्लिकेट हो सकता है, राइट। ਇਹਨੂੰ ਅਸੀਂ ਦੁਬਾਰਾ ਇਹਦੇ ਬਹੁਤ ਸਾਰੀ ਕਾਪੀਜ਼ ਜਿਹੜੀਆਂ ਅਸੀਂ ਕਰ ਸਕਦੇ ਹਾਂ। ਤੇ ਹੁਣ
ਕੱਲ ਹੀ ਮੇਰੇ ਕੋਲ ਸਾਡੇ ਲੋਕਲ ਐਮਐਲਏ ਕੁੰਵਰ ਵਿਜੇ ਪ੍ਰਤਾਪ ਜੀ ਜੋ ਕਿ ਐਕਸ ਆਈਪੀਐਸ ਆਫਿਸਰ ਵੀ ਰਹੇ, ਉਹਨਾਂ ਨੇ ਵੀ ਜਦੋਂ ਵਿਜ਼ਿਟ ਕੀਤਾ ਫਿਰ ਉਹਨਾਂ ਨੇ ਇਹ ਕਿਹਾ ਕਿ कॉपी करने में हर जगह है, जब बना ही हुआ है तो फिर so definitely it has to be copied, ਇਹਨੂੰ ਕਾਪੀ ਕਰ ਸਕਦੇ। ਸੋ ਮੈਂ ਖੁਦ ਕਹਿ ਰਹੀ ਕਿ ਜਦੋਂ ਕਿਸੇ ਕੋਲ ਕੋਈ ਸੋਲੂਸ਼ਨ ਆ ਜਾਂਦਾ ਨਾ, ਉਹ ਜਾਂ ਤੇ ਉਹਨੂੰ ਪੇਟੈਂਟ ਕਰਾ ਲੈਂਦਾ ਜਾਂ ਫਿਰ ਉਹਨੂੰ ਲੱਗਦਾ ਕਿ ਮੇਰੇ ਤੱਕ ਰਹਿ ਜੇ। ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਰਹੀ ਹਾਂ, ਮੈਨੂੰ ਕੋਈ ਵੀ ਸਵਾਲ ਪੁੱਛੋ, ਮੇਰੀ ਕੋਈ ਵੀ ਤੁਸੀਂ ਜਿਹੜੀ ਆ ਉਹ ਜੋ ਵੀ ਤੁਹਾਡਾ ਮਨ ਆ ਮੈਨੂੰ ਸਵਾਲ ਪੁੱਛਣ ਲਈ ਬਿਜ਼ਨਸ ਦੇ ਰਿਲੇਟਡ ਤੁਸੀਂ ਮੈਨੂੰ ਕੁਝ ਵੀ ਪੁੱਛ ਸਕਦੇ ਹੋ। ਮੈਂ ਆਪਣਾ ਬਿਜ਼ਨਸ ਆਈਡੀਆ ਆਪਣੀ ਹਰ ਜੋ ਵੀ ਮੈਂ ਅੱਜ ਤੱਕ 10 ਸਾਲਾਂ 'ਚ ਕੀਤਾ ਮੈਂ ਬਿਲਕੁਲ ਡਿਸਕਲੋਜ਼ ਕਰਨ ਨੂੰ ਰੈਡੀ ਹਾਂ। ਮੈਨੂੰ ਕੁਝ ਨਹੀਂ ਹੈਗਾ ਕਿ ਮੇਰੀਆਂ ਹੀ ਬ੍ਰਾਂਚਿਸ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਣ। ਮੈਨੂੰ ਇਹੀ ਆ ਕਿ ਇਸ ਮਾਡਲ ਤੇ ਹਜ਼ਾਰਾਂ ਕੰਪਨੀਜ਼ ਇੰਡੀਆ ਦੇ ਵਿੱਚ ਹੋਣ ਤਾਂ ਕਿ ਹਰ 100 ਕਿਲੋਮੀਟਰ ਤੋਂ ਬਾਅਦ ਜਾਂ ਹਰ 200 ਕਿਲੋਮੀਟਰ ਤੋਂ ਬਾਅਦ ਇੱਕ ਸਿੰਬਾ ਕੁਆਰਟਸ ਹੋਵੇ, ਇੱਕ ਟਾਂਗਰਾ ਦਾ ਬਿਜ਼ਨਸ ਮਾਡਲ ਹੋਵੇ ਜਿੱਥੇ 100 ਬੱਚਿਆਂ ਨੂੰ ਐਸਾ ਰੋਜ਼ਗਾਰ ਮਿਲ ਰਿਹਾ ਹੋਵੇ ਕਿ ਉਹ ਸਿਰਫ ਆਪਣੇ ਪਿੰਡ ਤੋਂ ਵਾਕਿੰਗ ਡਿਸਟੈਂਸ ਤੇ ਆ ਰਹੇ ਹੋਣ ਤੇ ਉਹ 50-60 ਹਜ਼ਾਰ ਰੁਪਇਆ ਆਰਾਮ ਨਾਲ ਕਮਾ ਰਹੇ ਹੋਣ। ਇਹ ਨਾ ਸੋਚਣ ਕਿ ਦੁਬਈ ਜਾਣਾ ਪਏਗਾ ਤੇ ਫਿਰ ਉੱਥੋਂ ਹਰ ਮਹੀਨੇ 50,000 ਪੇਰੈਂਟਸ ਨੂੰ ਭੇਜਿਆ ਕਰਾਂਗੇ। ਇਹਨਾਂ ਤੇ ਕਿੰਨਾ ਅੱਛਾ ਮਾਹੌਲ ਹੈ ਜੀ। ਮਦਰਸ ਇੰਨੀਆਂ ਜ਼ਿਆਦਾ ਖੁਸ਼ ਨੇ, ਗਰਮ ਗਰਮ ਖਾਣਾ ਆਪਣੇ ਬੱਚਿਆਂ ਨੂੰ ਭੇਜ ਰਹੀਆਂ, ਰਾਈਟ, ਮੇਰੇ ਲਈ ਇੰਨਾ ਕੁਝ ਭੇਜਦੇ ਨੇ। ਸੋ ਮਾਹੌਲ ਜਿਹੜਾ ਹੈ ਉਹ ਪਿੰਡਾਂ ਦਾ ਬਹੁਤ ਅੱਛਾ ਹੈ। ਸੋ ਫਰੰਟ ਐਂਡ ਸਰਵਿਸਿਜ਼ ਸੇਮ ਨੇ, ਯੂ ਫੀਲ ਲਾਈਕ ਅ ਫੈਮਿਲੀ, ਹੈ ਨਾ, ਫੈਮਿਲੀ ਦਾ এনवायरमेंट ਲੱਗਦਾ ਪਿਆ ਤੁਹਾਨੂੰ। ਕੰਮ ਉਹੀ ਹੈ ਜੋ ਹਰ ਕੋਈ ਕਰ ਰਿਹਾ ਹੈ, ਪਰ ਜਿਹੜਾ ਮਾਡਲ ਆ ਪਿੱਛੋਂ ਜੋ ਵੀ ਅਸੀਂ 10 ਸਾਲਾਂ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਪਿੰਡ ਤੋਂ ਅਸੀਂ ਇੱਕ ਕੈਨੇਡਾ, ਯੂਐਸ, ਆਸਟ੍ਰੇਲੀਆ ਦੇ ਕਲਾਇੰਟ ਨੂੰ ਖੁਸ਼ ਕਰਨਾ ਇੱਥੋਂ, ਹਾਂਜੀ, ਉਹੀ ਜਿਹੜਾ ਸਿੱਖਣ ਦੀ ਜ਼ਰੂਰਤ ਆ ਪੰਜਾਬ ਨੂੰ। ਜੀ ਬਹੁਤ ਖੂਬ। ਮਨਦੀਪ ਜੀ, ਤੁਹਾਡੇ ਨਾਲ ਗੱਲਾਂ ਹਲੇ ਬਹੁਤ ਸਾਰੀਆਂ ਕਰਨੀਆਂ ਨੇ, ਲੇਕਿਨ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਅੱਛਾ ਮਨਦੀਪ ਜੀ, ਤੁਸੀਂ ਬਹੁਤ ਰੁਝੇਵਿਆਂ ਭਰੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਹੋਗੇ ਐਜ਼ ਅ ਬਿਜ਼ਨਸ ਵੂਮਨ, ਐਜ਼ ਅ ਬਿਜ਼ਨਸ ਲੇਡੀ, ਅਤੇ ਤੁਹਾਡਾ ਜਿਹੜਾ ਰੂਟੀਨ ਹੈਗਾ ਵਰਕ ਸਾਰਾ ਕਿਸ ਤਰ੍ਹਾਂ ਰਹਿੰਦਾ? ਕਿਸ ਤਰ੍ਹਾਂ ਆਪਣੇ ਲਈ ਵਕਤ ਕੱਢਦੇ ਹੋ? ਕਿਸ ਤਰ੍ਹਾਂ ਪਰਿਵਾਰ ਲਈ ਵਕਤ ਕੱਢਦੇ ਹੋ? ਕੀ ਰੂਟੀਨ ਹੁੰਦੀ ਹੈ? ਸੋ ਇੱਕ ਤੇ ਮਾਰਨਿੰਗ 'ਚ ਮੈਨੂੰ ਬਹੁਤ ਜ਼ਿਆਦਾ ਕਰੇਜ਼ ਹੁੰਦਾ ਕਿ ਫਟਾਫਟ ਚੇਅਰ 'ਤੇ ਜਾ ਕੇ ਮੈਂ ਜਿਹੜਾ ਬੈਠ ਜਾ, ਅਤੇ ਪੂਰੀ ਫਾਇਰ ਹੁੰਦੀ ਅੰਦਰ, ਪੈਸ਼ਨ ਹੁੰਦਾ ਹੈ ਕਿ ਮੈਂ ਕਈ ਵਾਰੀ 9 o'clock ਸਾਡਾ ਜਦੋਂ ਆਫਿਸ ਖੁੱਲ੍ਹਦਾ ਮੈਂ 7 ਵਜੇ 8 ਵਜੇ ਜਿਹੜਾ ਆਫਿਸ ਆ ਜਾਂਦਾ। ਸੋ ਮੈਂ ਆਪਣੇ ਜਿਹੜੇ ਪੈਸ਼ਨ ਨੂੰ ਪ੍ਰੋਫੈਸ਼ਨ ਨਾਲ ਜਿਹੜਾ ਮੈਚ ਕੀਤਾ, ਸੋ ਮੈਨੂੰ ਕਦੇ ਲੱਗਦਾ ਨਹੀਂ ਕਿ ਮੈਂ ਕੋਈ ਕੰਮ ਕਰ ਰਹੀ ਹਾਂ। ਇਹ ਮੇਰਾ ਸ਼ੌਂਕ ਆ, ਮੈਂ ਉਹਨੂੰ ਪੂਰਾ ਕਰ ਰਹੀ। ਸੋ ਮੈਨੂੰ ਦੂਸਰਿਆਂ ਨੂੰ ਇਨਸਪਾਇਰ ਕਰਨ ਦਾ, ਆਪਣੇ ਗੈਸਟ ਲੈਕਚਰਸ ਦਾ ਜਾਂ ਫਿਰ ਸੋਸ਼ਲਾਈਜ਼ ਹੋਣ ਦਾ ਬਹੁਤ ਜ਼ਿਆਦਾ ਮੈਨੂੰ ਜਿਹੜਾ ਇੰਟਰਸਟ ਹੈ, ਜਿਹੜਾ ਮੈਂ ਹਮੇਸ਼ਾ ਕਰਦੀ, ਨੈਟਵਰਕਿੰਗ ਬਹੁਤ ਕਰਦੀ ਕਿਉਂਕਿ ਤੁਹਾਨੂੰ ਬਿਜ਼ਨਸ ਲਈ ਵੀ ਇਹਦੀ ਬਹੁਤ ਜ਼ਰੂਰਤ ਹੁੰਦੀ ਹੈ। ਜੀ ਬਟ ਮੈਂ ਬਿਜ਼ਨਸ ਜਿਹੜਾ ਵਾ ਉਹਦੇ 'ਤੇ ਫੋਕਸ ਮੈਂ ਇਕੁਅਲੀ ਕਰਦੀ ਹਾਂ ਜੋ ਵੀ ਮੇਰੀ ਸੋਸ਼ਲ ਹੁੰਦੀ। ਸੋ ਇਹਦਾ ਮਿਕਸ ਐਂਡ ਮੈਚ ਚੱਲਦਾ ਰਹਿੰਦਾ ਕਿ ਕਿਵੇਂ ਬੈਲੈਂਸ ਵੀ ਨਾ ਰੱਖਦੇ ਹੋ ਸਾਰਾ ਕੁਝ, ਡੇਲੀ ਐਕਟੀਵਿਟੀਜ਼ ਕਿਦਾਂ। ਬਾਕੀ ਮੇਰੇ ਮੰਮਾ ਬਹੁਤ ਜ਼ਿਆਦਾ ਮੈਨੂੰ ਹੈਲਪ ਕਰਦੇ ਆ ਤੇ ਘਰ ਨਾਲੋਂ ਜਿਹੜਾ ਟੁੱਟਣ ਨਹੀਂ ਦਿੰਦੇ। ਜੀ ਮੇਰਾ ਇੱਕ ਪੱਕਾ ਰੂਲ ਹੈ ਕਿ ਜਦੋਂ ਮੈਂ ਖਾਣਾ ਖਾਣਾ ਹੈ ਤੇ ਮੈਂ ਆਪਣੇ ਪੇਰੈਂਟਸ ਦੇ ਕੋਲ ਹੀ ਬਹਿ ਕੇ ਖਾਣਾ ਹੈ। ਸੋ ਜਦੋਂ ਮੇਰਾ ਖਾਣਾ ਖਾਣ ਦਾ ਬ੍ਰੇਕਫਾਸਟ ਜਾਂ ਮੇਰਾ ਡਿਨਰ ਟਾਈਮ ਸਪੈਸ਼ਲੀ ਜਿਹੜਾ ਹੁੰਦਾ ਹੈ, ਸੋ ਉਦੋਂ ਮੈਂ ਆਪਣੇ ਪੇਰੈਂਟਸ ਤੇ ਜੇ ਉਹ ਲੇਟੇ ਆ ਤੇ ਉਹਨਾਂ ਦੇ ਲਾਗੇ ਜਾ ਕੇ ਜਿਹੜਾ ਬੈਠ ਜਾਣਾ ਤੇ ਉੱਥੇ ਬੈਠ ਕੇ ਜਿਹੜਾ ਮੈਂ ਖਾਣਾ ਖਾਣਾ। ਆਪਣੀ ਜਿਹੜੀ ਰੂਟੀਨ ਆ ਡੇਲੀ ਉਹਨੂੰ ਵੀ ਮੈਂ ਮਿੰਟ ਟੂ ਮਿੰਟ ਜਿਹੜਾ ਅੱਛਾ ਪਲੈਨਿੰਗ ਕਰਦੀ ਹਾਂ ਤੇ ਉਹਨੂੰ ਫੋਲੋ ਕਰਦੀ। ਅੱਛਾ ਮਨਦੀਪ ਜੀ, ਜਿਹੜੇ ਕਿ ਤੁਸੀਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਹੋ ਤੇ ਉਸ ਤੋਂ ਬਾਅਦ ਉਸ ਮਨਦੀਪ ਦੇ ਕੀ ਸੁਪਨੇ ਨੇ, ਅੱਗੇ ਉਹ ਕੀ ਸੋਚਦੀ ਹੈ, ਕੀ ਕਰਨਾ ਹੈ ਹਜੇ? ਮੈਨੂੰ ਇਹੀ ਲੱਗਦਾ ਕਿ ਮੈਂ ਕੰਮ ਹੀ ਕਰਨਾ ਹੈ ਕਿਉਂਕਿ ਜਦੋਂ ਮੈਨੂੰ ਜਿੱਦਾਂ ਸਟੇਜਸ ਤੇ ਬੋਲਣ ਦਾ ਬੜਾ ਸ਼ੌਂਕ ਹੈ ਸੀ ਜੀ, ਤੇ ਸ਼ੌਂਕ ਨਹੀਂ ਕਹਿ ਸਕਦੇ, ਮਤਲਬ ਇੱਕ ਜਦੋਂ ਸਟੇਜ ਤੇ ਬੋਲਣਾ ਤੁਹਾਡੀ ਇੱਕ ਪੜ੍ਹਾਈ ਦਾ ਹੀ ਇੱਕ ਬੈਸਟ ਵਰਜ਼ਨ ਆ ਕਿ ਤੁਸੀਂ IIM 'ਚ ਜਾ ਕੇ ਬੋਲ ਰਹੇ ਹੋ, IITs 'ਚ ਬੋਲ ਰਹੇ ਹੋ, TEDx 'ਚ ਜਾ ਕੇ ਬੋਲ ਰਹੇ ਹੋ। ਤੇ ਜਦੋਂ ਮੈਂ TEDx 'ਚ ਗਈ, ਇੱਕ ਬਹੁਤ ਹੀ ਪ੍ਰੈਸਟੀਜੀਅਸ ਪਲੇਟਫਾਰਮ ਤੇ ਜਦੋਂ ਮੈਂ ਆਪਣਾ ਲੈਕਚਰ ਦਿੱਤਾ, ਉਸ ਤੋਂ ਬਾਅਦ ਮੈਨੂੰ ਲੱਗਾ ਕਿ ਰੱਬ ਨੇ ਮੇਰੀਆਂ ਸਾਰੀਆਂ ਤਮੰਨਾਵਾਂ ਪੂਰੀਆਂ ਕਰ ਦਿੱਤੀਆਂ, ਹੁਣ ਮੇਰਾ ਕੰਮ ਆ ਬਸ ਕੰਮ ਕਰਨਾ। ਇਸੇ ਤਰ੍ਹਾਂ ਹੀ ਪ੍ਰਾਈਮ ਮਿਨਿਸਟਰ ਨੂੰ ਮਿਲਣ ਤੋਂ ਬਾਅਦ ਜਾਂ ਅੱਛੇ ਜਿਹੜੇ ਸਾਡੇ ਕੋਈ ਵੀ ਲੀਡਰਸ ਨੇ ਜਾਂ ਫਿਰ ਯੂਨੀਵਰਸਿਟੀ ਚਾਂਸਲਰਸ ਨੇ ਜਾਂ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ, ਤੇ ਜਦੋਂ ਉਹ ਵੀ ਇੱਕ ਵੈਲੀਡੇਸ਼ਨ ਦਿੰਦੇ ਕਿ ਤੁਸੀਂ ਵਾਕਈ ਅੱਛਾ ਕੰਮ ਕਰ ਰਹੇ ਹੋ, ਤੇ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਕੰਮ ਆ ਉਹ ਕੰਮ ਹੀ ਕਰਨਾ ਰਹਿ ਜਾਂਦਾ ਹੈ। ਸੁਪਨੇ ਸਿਰਫ ਇਹੀ ਹੈ ਕਿ 100 ਬੱਚਿਆਂ ਦੀ ਟੀਮ ਬਣਾਈ ਆ ਤੇ ਅੱਗੋਂ 100 ਇਹੋ ਜਿਹੀਆਂ ਹੋਰ ਕੰਪਨੀਆਂ ਬਣਾਈਏ ਜਿੱਥੇ ਹੋਰ 100 ਬੱਚੇ ਜਿਹੜੇ ਉਹ ਕੰਮ ਕਰਨ। ਪਰ ਮੈਂ ਕਿਸੇ ਵੀ ਕੰਪਨੀ ਨੂੰ
ਇੱਕੋ ਜਗ੍ਹਾ ਤੇ ਵੱਡਾ ਨਹੀਂ ਕਰਨਾ ਚਾਹੁੰਦੀ, ਹਾਂ। ਮੈਂ ਪਿੰਡ ਜਾ ਕੇ ਕੰਮ ਕਰਨਾ ਚਾਹੁੰਦੀ। ਜੀ ਬਹੁਤ ਖੂਬ। ਅੱਛਾ ਮਨਦੀਪ, ਤੁਸੀਂ ਦੇਖ ਰਹੇ ਹੋਗੇ ਕਿ ਆਪਣੇ ਇਰਦ ਗਿਰਦ ਸਰਾਊਂਡਿੰਗ ਵਿੱਚ ਦੇਖਦੇ ਹਾਂ ਕਿ ਲੜਕੀਆਂ ਦਾ ਘਰੋਂ ਬਾਹਰ ਨਿਕਲਣਾ ਜਾਂ ਉਹਨਾਂ ਨੂੰ ਦੂਰ ਦੁਰਾਡੇ ਕਿਤੇ ਕੰਮ ਕਰ ਲਈ ਭੇਜਣਾ, ਪੇਰੈਂਟਸ ਵੀ ਕਾਫੀ ਵਰਡ ਹੁੰਦੇ ਨੇ, ਹਨਾ। ਤੇ ਜਿਸ ਤਰ੍ਹਾਂ ਤੁਸੀਂ ਵੈਂਚਰ ਸਟਾਰਟ ਕੀਤਾ ਹੈ, ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਲੜਕੀਆਂ ਨੂੰ ਜਿਹੜੀਆਂ ਲੋਕਲ ਹੈਗੀਆਂ ਖਾਸ ਤੌਰ ਤੇ ਉਹਨਾਂ ਲਈ ਬਹੁਤ ਹੈਲਪਫੁਲ ਰਹੇਗਾ। ਤੇ ਤੁਸੀਂ ਯੰਗਸਟਰਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਸਪੈਸ਼ਲੀ ਗਰਲਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਤੁਸੀਂ ਜਿਵੇਂ ਕਿ ਹੁਣ ਮੈਂਸ਼ਨ ਵੀ ਕੀਤਾ ਕਿ ਲੜਕੀਆਂ ਨੂੰ ਬਹੁਤ ਹੈਲਪਫੁਲ ਰਿਹਾ ਹੋਏਗਾ ਵੈਂਚਰ, ਜਾਂ ਉਹਨਾਂ ਲਈ ਕਿੱਦਾਂ ਬੈਨੀਫੀਸ਼ੀਅਲ ਹੋਵੇਗਾ। ਤੁਸੀਂ ਮੇਰੇ ਕਈ EMPLOYEES ਨਾਲ ਗੱਲ ਵੀ ਕਰੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਉਹ 5-6 ਸਾਲ ਹੋ ਗਏ ਨੇ ਮੇਰੇ ਨਾਲ ਹੀ ਜੁੜੇ ਨੇ, ਤੇ ਅੱਜ ਕੰਪਨੀ 'ਚ 3rd-4th ਪੋਜੀਸ਼ਨ ਤੇ ਆ। ਪੂਰੀ 100 ਬੰਦੇ ਦੀ ਟੀਮ ਹੈਂਡਲ ਕਰਦੀਆਂ ਉਹ ਲੜਕੀਆਂ ਜਿਹੜੀਆਂ ਮੇਰੇ ਪਿੰਡ ਦੀਆਂ ਨੇ, ਜਿਨ੍ਹਾਂ ਨੇ ਫਰਸਟ ਜੌਬ ਜਿਹੜੀ ਆ ਉਹ ਇੱਥੇ ਕੀਤੀ ਹੈ। ਸੋ ਪੇਰੈਂਟਸ ਲਈ, ਵੂਮਨ ਲਈ, ਲੜਕੀਆਂ ਲਈ, ਭਾਵੇਂ ਲੜਕੇ ਆ, ਸਾਰਿਆਂ ਲਈ ਮੇਰਾ ਇਹੀ ਸੁਨੇਹਾ ਹੈ ਜੀ ਕਿ ਘਰ ਵਿੱਚ ਇੱਕ ਦੂਸਰੇ ਦੀ ਬਹੁਤ ਜ਼ਿਆਦਾ ਰਿਸਪੈਕਟ ਕਰੋ। ਜੇ ਤੁਹਾਡੇ ਘਰ ਕੋਈ ਟੈਲੈਂਟ ਆ, ਤੁਹਾਡੇ ਬੱਚੇ 'ਚ ਕੋਈ ਟੈਲੈਂਟ ਆ, ਜਾਂ ਤੁਹਾਡੇ ਮੰਮਾ 'ਚ ਕੋਈ ਟੈਲੈਂਟ ਆ, ਤੇ ਉਹਨੂੰ ਪਲੀਜ਼ ਤੁਸੀਂ ਐਨਕਰੇਜ ਕਰੋ ਜੀ। ਸਪੋਰਟ ਨਾ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਮੇਰੀ ਜਿਹੜੀ એનર્ਜੀ ਆ ਪੂਰੇ ਦਿਨ ਨੂੰ ਮੇਨਟੇਨ ਕਰਨਾ, ਇੰਨਾ ਜ਼ਿਆਦਾ ਇਵੈਂਟਸ ਨੂੰ ਹੈਂਡਲ ਕਰਨਾ, ਤੇ ਮੈਂ ਨਹੀਂ ਮੰਨਦੀ ਕਿ ਮੈਂ ਆਪਣੇ ਪੇਰੈਂਟਸ ਦੀ ਸਪੋਰਟ ਜਾਂ ਉਸ ਤੋਂ ਬਿਨਾਂ ਜਿਹੜਾ ਕਰ ਸਕਦੀ ਹਾਂ। ਸੋ ਘਰ ਜਿਹੜਾ ਵਾ ਤੁਹਾਨੂੰ એનર્ਜੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ, ਤੇ ਇੱਕ ਦੂਜੇ ਦੀ ਜਿਹੜੀ ਸਪੋਰਟ ਕਰੋ, ਤੇ ਥੋੜੀ ਜਿਹੀ ਕੁੜੀਆਂ ਨੂੰ ਜਿਹੜੀ ਖੋਲ ਦਿਓ, ਕੁੜੀਆਂ ਕਿਤੇ ਜਾ ਕੇ ਪੜ੍ਹ ਸਕਣ। ਜੇ ਕਿਸੇ ਕੋ ਗਲਤੀ ਹੋ ਜਾਂਦੀ ਹੈ ਜਾਂ ਕੋਈ ਨਹੀਂ ਠੀਕ ਲੱਗਦਾ, ਆਪੇ ਡਿੱਗ ਕੇ ਸਿੱਖ ਲੈਣਗੀਆਂ। ਸੋ ਕੁੜੀਆਂ ਨੂੰ ਵੀ ਜਿਹੜਾ ਮੁੰਡਿਆਂ ਜਿੰਨਾ ਦਰਜਾ ਜਿਹੜਾ ਹੁਣ ਦੇ ਦੇਣਾ ਚਾਹੀਦਾ, ਤੇ ਉਹਨਾਂ ਦੇ ਜਿਹੜੇ ਵਿਆਹ ਤੇ ਪੈਸੇ ਲਾਣੇ ਆ ਉਹ ਤੁਸੀਂ ਉਹਨਾਂ ਦੀਆਂ ਪੜ੍ਹਾਈਆਂ ਤੇ ਲਗਾਓ, ਜੋ ਕਰਨਾ ਚਾਹੁੰਦੀਆਂ ਉਹਦੇ ਤੇ ਲਗਾਓ। ਜਿੰਨੇ ਪੈਸੇ ਤੁਸੀਂ ਉਹਨਾਂ ਦੇ ਵਿਆਹ ਤੇ ਲਗਾਉਣੇ ਉਹ ਸਾਰੇ ਪਹਿਲਾਂ ਲਗਾਓ, ਫਿਰ ਤੁਸੀਂ ਦੇਖੋ ਕਿ ਆਪੇ ਆਪਣਾ ਵਿਆਹ ਕਰਵਾ ਲੈਣਗੇ। ਜੀ ਡੈਫੀਨੇਟਲੀ ਅਸੀਂ ਨੋਟਿਸ ਕਰ ਰਹੇ ਹਾਂ, ਸਾਡੇ ਦਰਸ਼ਕ ਵੀ ਦੇਖ ਰਹੇ ਹੋਣਗੇ ਕਿ ਯੂਰ ਪੇਰੈਂਟਸ ਲੈਫਟ ਨੋ ਸਟੋਨ ਅਨਟਰਨਡ ਫॉर ਯੂਰ ਸਕਸੈਸ। ਡੈਫੀਨੇਟਲੀ ਤੁਸੀਂ ਵਿਆਹ ਦੀ ਤੁਸੀਂ ਗੱਲ ਕੀਤੀ ਕਿ ਜ਼ਰੂਰੀ ਨਹੀਂ ਕਿ ਵਿਆਹ ਤੇ ਹੀ ਖਰਚਾ ਕੀਤਾ ਜਾਵੇ। ਅਸੀਂ ਬਹੁਤ ਹਿਊਜ ਅਮਾਊਂਟ, ਸਪੈਸ਼ਲੀ ਪੰਜਾਬੀ, ਆਪਾਂ ਬਹੁਤ ਬਿਗ ਅਮਾਊਂਟ ਜਿਹੜੀ ਲਾ ਦਿੰਦੇ ਹਾਂ। ਕਿਉਂ ਨਾ ਆਪਾਂ ਉਹ ਜਿਹੜੇ ਖਰਚੇ ਆ ਉਹ ਆਪਾਂ ਉਹਨਾਂ ਦੀ ਸਕਸੈਸ ਲਈ, ਉਹਨਾਂ ਦੀ ਪੜ੍ਹਾਈ ਲਈ, ਉਹਨਾਂ ਨੂੰ ਇੰਡੀਪੈਂਡੈਂਟ ਹੋਣ ਲਈ ਲਗਾਈਏ। ਇਹ ਬਹੁਤ ਅੱਛਾ ਤੁਸੀਂ ਸੁਨੇਹਾ ਦਿੱਤਾ ਹੈ ਸਾਡੀ ਆਵਾਮ ਨੂੰ। ਤੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਹੋਰ ਜਿਹੜੇ ਫਰਦਰ ਪ੍ਰੋਜੈਕਟ ਸੋਚਦੇ ਹੋ ਉਹ ਕਿਸ ਤਰ੍ਹਾਂ ਦੇ ਹੋਣਗੇ, ਤੇ ਉਹ ਕਿੰਨੀ ਕੁ ਦੇਰ ਤੱਕ ਅਸੀਂ ਦੇਖਾਂਗੇ ਉਹਨਾਂ ਨੂੰ? ਸੋ ਫਰਦਰ ਪ੍ਰੋਜੈਕਟਸ ਦੇ ਵਿੱਚ ਅਸੀਂ ਲਾਂਚ ਕਰ ਰਹੇ ਹਾਂ ਸਿੰਬਾ ਵਿੰਗਸ। ਸੋ ਸਿੰਬਾ ਵਿੰਗਸ ਦੇ ਅੰਡਰ ਸਾਡੇ ਇਸੇ ਦੇ ਹੀ ਹੁਣ ਅਸੀਂ ਖੰਭ ਫੈਲਾਵਾਂਗੇ ਪੰਜਾਬ ਦੇ ਵਿੱਚ, ਠੀਕ ਹੈ। ਸੋ ਇਸੇ ਜਿਹੜਾ ਸਾਡਾ ਟਾਂਗਰਾਜ ਮਾਡਲ ਬਣਿਆ, ਇਹਨੂੰ ਅਸੀਂ ਆਉਣ ਵਾਲੇ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਇੱਕ ਲੋਕੇਸ਼ਨ ਹੈ ਝਬਾਲ, ਰਾਈਟ, ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਹੈ, ਉੱਥੇ ਅਸੀਂ ਆ ਰਹੇ ਹਾਂ। ਸੋ ਤੁਹਾਡੇ ਚੈਨਲ ਰਾਹੀਂ ਹੀ ਮੈਂ ਅੱਜ ਡਿਸਕਲੋਜ਼ ਕੀਤਾ ਹੈ, ਹਜੇ ਕਿਸੇ ਨੂੰ ਨਹੀਂ ਪਤਾ, ਰਾਈਟ। ਸੋ ਫਾਜ਼ਿਲਕਾ ਵਿੱਚ ਅਸੀਂ ਪਲਾਨ ਕਰ ਰਹੇ ਹਾਂ। ਸੋ ਹੌਲੀ ਹੌਲੀ, ਕਿਉਂਕਿ ਮੈਂ ਇਕੱਲੇ ਮੈਨੂੰ ਬਹੁਤ ਔਖਾ ਕਰਨਾ, ਕਿਉਂਕਿ ਮੇਰੇ ਕੋਲ ਕੋਈ ਫੰਡਸ ਨਹੀਂ ਪਿੱਛੇ, ਪਰ ਫਿਰ ਵੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ। ਪਰ ਹੌਲੀ ਹੌਲੀ ਜੇ ਲੋਕ ਮੇਰੇ ਨਾਲ ਜੁੜ ਜਾਣਗੇ, ਮੇਰੇ ਨਾਲ ਪਾਰਟਨਰਸ਼ਿਪ ਵਿੱਚ ਕੰਮ ਕਰਨਾ ਚਾਹੁੰਦੇ ਨੇ, ਜਾਂ ਫਿਰ ਆਪਣੀ ਜਗ੍ਹਾ ਤੇ ਮੇਰੀ ਕੰਸਲਟੇਸ਼ਨ ਲੈ ਕੇ ਖੁਦ ਦੀ IT ਕੰਪਨੀ ਜਿਹੜੀ ਉਹ ਕਰਨਾ ਚਾਹੁੰਦੇ ਨੇ, ਸੋ ਮੈਂ ਉਹਨਾਂ ਨੂੰ ਪੂਰਾ ਸਪੋਰਟ ਕਰਾਂਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਿੰਬਾ ਕੋਰਸ, ਜਿਹੜਾ ਕਿ ਪੰਜਾਬ ਨੂੰ ਕੰਪਿਊਟਰ ਟ੍ਰੇਨਿੰਗ ਦੇਗਾ, ਜਿਸ ਤਰ੍ਹਾਂ ਦੀ ਟ੍ਰੇਨਿੰਗ ਦੀ ਅੱਜ ਜ਼ਰੂਰਤ ਆ ਪੰਜਾਬ ਦੇ ਯੂਥ ਨੂੰ, ਉਹ ਦੇਗਾ। ਅਲੱਗ-ਅਲੱਗ ਸੈਂਟਰਸ ਬਣਾਏਗਾ, ਤੇ ਸਿੰਬਾ ਕੁਆਰਟਸ ਦੇ ਸੈਂਟਰ ਹੋਣਗੇ ਜਿੱਥੇ ਤੁਸੀਂ ਇੱਕ ਵਾਈਟ ਕਾਲਰ ਜੌਬ ਜਿਹੜੀ ਤੁਸੀਂ ਕਰ ਸਕੋਗੇ, ਅੱਛੀ ਤਨਖਾਹ ਲੈ ਸਕੋਗੇ। ਤੁਹਾਡੇ ਨਾਲ ਗੱਲਾਂ ਪਤਾ ਕਰਕੇ ਬਹੁਤ ਹੀ ਪਿਆਰਾ ਲੱਗਾ, ਤੇ ਸਾਡੇ ਜਿਹੜੇ ਦੇਖਣ ਵਾਲੇ ਨੇ, ਸਾਡਾ ਜਿਹੜਾ ਆਵਾਮ ਹੈ, ਉਹਨਾਂ ਨੂੰ ਬਹੁਤ ਹੀ ਇੰਸਪੀਰੇਸ਼ਨ ਮਿਲੀ ਹੋਏਗੀ, ਮੋਟੀਵੇਸ਼ਨ ਮਿਲੀ ਹੋਏਗੀ। ਤੇ ਖਾਸ ਤੌਰ 'ਤੇ ਜਿਹੜੇ ਪੇਰੈਂਟਸ ਘਰ ਵਿੱਚ ਬੈਠੇ ਦੇਖ ਰਹੇ ਨੇ, ਉਹ ਸਮਝ ਸਕਦੇ ਤੁਹਾਡੇ ਸੁਨੇਹੇ ਨੂੰ ਕਿ ਉਹਨਾਂ ਦੇ ਵਿਆਹਾਂ 'ਤੇ ਖਰਚ ਕਰਨ ਨਾਲੋਂ ਕੁੜੀਆਂ ਦੀ ਐਜੂਕੇਸ਼ਨ ਤੇ ਉਹਨਾਂ ਦੇ ਜੋ ਸੁਪਨੇ ਨੇ ਉਹਨਾਂ ਨੂੰ ਸਾਕਾਰ ਕਰਨ ਉੱਤੇ ਤੁਸੀਂ ਜਿਹੜਾ ਇਹ ਹੈਗਾ ਪੈਸਾ ਲਾਓ, ਸਾਰੇ ਐਫਰਟਸ ਲਾਓ, ਉਹਨਾਂ ਨੂੰ ਮੋਟੀਵੇਟ ਕਰੋ, ਉਹਨਾਂ ਨੂੰ ਸਪੋਰਟ ਕਰੋ। ਸ਼ੁਕਰੀਆ ਜੀ। Thank you, Ji. Thank you so much.